So, today I'm going to start with a small story and we will lead into what we're going to talk today. ਮੈਂ ਅੱਜ ਸ਼ੁਰੂਆਤ ਇੱਕ ਛੋਟੀ ਕਹਾਣੀ ਨਾਲ ਕਰਾਂਗਾ, ਫਿਰ ਉਹਦੇ ਬਾਅਦ ਜਿਹੜਾ ਹੈਗਾ ਪ੍ਰਚਾਰ। A church had a special concert once. ਇੱਕ ਕਲੀਸਿਆ ਦੇ ਅੰਦਰ ਇੱਕ ਕਨਸਰਟ ਹੋਇਆ ਸਪੈਸ਼ਲ। The worship center was fully packed. ਔਰ ਜਿਹੜਾ ਸਤੁਤੀ ਕਰਨ ਦਾ ਸਥਾਨ ਹੈਗਾ ਸੀ ਪੂਰਾ ਭਰਿਆ ਹੋਇਆ ਸੀ। The congregation had a great time. ਔਰ ਸਭਾ ਜਿਹੜਾ ਹੈਗਾ ਉਹਨਾਂ ਨੂੰ ਬੜੇ ਮਜ਼ਾ ਆਇਆ। Later that evening, a young mother from the church was putting her little boy to sleep. ਬਾਅਦ ਚ ਜਿਹੜਾ ਹੈਗਾ ਇੱਕ ਜਵਾਨ ਔਰਤ ਜਿਹੜੀ ਹੈ ਆਪਣੇ ਛੋਟੇ ਬੇਟੇ ਨੂੰ ਜਿਹੜਾ ਹੈ ਸਲਾਨ ਲੱਗੀ ਸੀ। He had enjoyed the concert so much he could not stop talking about it. ਉਹਨੂੰ ਜਿਹੜਾ ਹੈਗਾ ਕਨਸਰਟ ਇੰਨਾ ਅੱਛਾ ਲੱਗਿਆ ਕਿ ਉਹ ਚੁੱਪ ਹੀ ਨਹੀਂ ਹੋ ਰਿਹਾ ਸੀ ਉਹਦੇ ਬਾਰੇ ਚ ਗੱਲ ਕਰਦੇ ਹੋਏ। The mother put his child to bed, kissed him good night, and as she was walking out of the room, ਤੇ ਮਾਤਾ ਨੇ ਜਿਹੜਾ ਹੈਗਾ ਬੇਟੇ ਨੂੰ ਬਿਸਤਰ ਤੇ ਲਟਾਇਆ, ਪਿਆਰ ਕੀਤਾ, ਔਰ ਜਦੋਂ ਜਾ ਰਹੀ ਸੀ the child said this, ਬੱਚੇ ਨੇ ਇਹ ਕਿਹਾ, Mommy, I had a good time at church tonight. ਮਾਂ ਮੈਨੂੰ ਜਿਹੜਾ ਹੈਗਾ ਕਲੀਸਿਆ 'ਚ ਬੜਾ ਮਜ਼ਾ ਆਇਆ ਅੱਜ। I just wish Jesus would have been there. ਮੇਰੀ ਇੱਛਾ ਹੈਗੀ ਸੀ ਕਿ ਪ੍ਰਭੂ ਯਿਸੂ ਹੁੰਦੇ ਉੱਥੇ ਤੇ। I know we could tell so many theological things to the child, but the truth of that statement is what I'm going to preach today. ਅਸੀਂ ਜਿਹੜੀ ਕਿ ਬੜੀ ਚੀਜ਼ ਸਿਧਾਂਤ ਦੇ ਰੂਪ ਦੇ ਜਿਹੜਾ ਹੈਗਾ ਬੱਚੇ ਨੂੰ ਸਮਝਾ ਸਕਦੇ ਹੈਗੇ ਆ, ਲੇਕਿਨ ਉਹ ਇੱਕ ਚੀਜ਼ ਜਿਹੜੀ ਕਿ ਸਮਝਣ ਵਾਲੀ ਇਹ ਹੈਗੀ ਹੈ ਸੱਚਾਈ। Church is meaningful only with Lord Jesus being in there. ਕਲੀਸਿਆ ਦਾ ਅਰਥ ਜਿਹੜਾ ਹੈਗਾ ਤਾਂ ਹੀ ਪੂਰਾ ਹੁੰਦਾ ਹੈਗਾ ਜੇ ਪ੍ਰਭੂ ਯਿਸੂ ਉਹਦੇ ਅੰਦਰ ਹੋਣ। The problem is he is not always wanted. ਪ੍ਰੋਬਲਮ ਇਹ ਹੈਗੀ ਹੈ ਕਿ ਜ਼ਿਆਦਾਤਰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਆਮੰਤਰਣ ਨਹੀਂ ਕੀਤਾ ਜਾਂਦਾ। I'm afraid in today's environment, if Lord Jesus was to walk in here, we would crucify him too. ਮੈਨੂੰ ਇਹ ਚਿੰਤਾ ਲੱਗਦੀ ਹੈਗੀ ਹੈ ਕਿ ਜੇ ਪ੍ਰਭੂ ਯਿਸੂ ਜਿਹੜਾ ਹੈਗਾ ਸਾਡੇ ਵਿੱਚ ਆ ਜਾਣਗੇ ਤੇ ਅਸੀਂ ਉਹਨਾਂ ਨੂੰ ਹੁਣ ਵੀ ਜਿਹੜਾ ਹੈਗਾ ਕ੍ਰੋਸ ਦੇ ਉੱਤੇ ਚੜਾ ਦੇਵਾਂਗੇ। Years ago in South America, when there was still this blacks and whites thing going on, ਬੜੇ ਸਾਲ ਪਹਿਲਾਂ ਜਦੋਂ ਸਾਊਥ ਅਮਰੀਕਾ ਦੇ ਅੰਦਰ ਜਿਹੜਾ ਹੈਗਾ ਕਾਲਿਆਂ ਦੇ ਨਾਲ ਅਤਿਆਚਾਰ ਹੁੰਦੇ ਸੀ, there was a janitor in a white church. ਇੱਕ ਜੈਨੀਟਰ ਹੈਗਾ ਸੀ ਸਫੇਦ ਕਲੀਸਿਆ 'ਚ। He was African American. ਉਹ ਅਫਰੀਕਨ ਅਮਰੀਕਨ ਹੈਗਾ ਸੀ। He was janitor for many years. ਬੜੀ ਦੇਰ ਤੋਂ ਜਿਹੜਾ ਸਫਾਈ ਦਾ ਕੰਮ ਕਰਦਾ ਸੀ ਉੱਥੇ। So one day he said, I want to join the church. ਉਹਨੇ ਕਿਹਾ ਕਿ ਮੈਂ ਜਿਹੜਾ ਕਲੀਸਿਆ 'ਚ ਆਉਣਾ ਚਾਹੁੰਦਾ। A full vote was taken, ਪੂਰੀ ਵੋਟ ਲਿੱਤੀ ਗਈ ਉੱਥੇ, but he lost the bid to be a member. ਕਿ ਉਹਨੂੰ ਜਿਹੜਾ ਹੈਗਾ ਜਿਤਨੀ ਮਿਲੀ ਉਹਨੂੰ ਕਿ ਵੀ ਉਹ ਮੈਂਬਰ ਬਣ ਸਕੇ। Later that evening, that old man was sitting on the porch of his house and thinking. ਬਾਅਦ ਚੋਂ ਜਿਹੜਾ ਹੈਗਾ ਸ਼ਾਮ ਨੂੰ ਆਪਣਾ ਜਿਹੜਾ ਹੈਗਾ ਘਰ ਦੇ ਵਰਾਂਡੇ 'ਚ ਬੈਠਾ ਹੋਇਆ ਸੋਚਦਾ ਪਿਆ ਸੀ ਉਹ। He was speaking to the Lord. ਉਹ ਪ੍ਰਭੂ ਨਾਲ ਗੱਲ ਕਰ ਰਿਹਾ ਸੀ। He said, Lord, I don't understand these folks. ਪ੍ਰਭੂ ਮੈਨੂੰ ਨਹੀਂ ਸਮਝ ਆਉਂਦੇ ਇਹ ਲੋਕ। I tried to join their church, ਮੈਂ ਕਲੀਸਿਆ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ, but they voted me out. ਲੇਕਿਨ ਉਹਨਾਂ ਨੇ ਵੋਟ ਕਰਤਾ ਬਾਹਰ। And the Lord spoke from heaven. ਔਰ ਪ੍ਰਭੂ ਨੇ ਜਿਹੜਾ ਹੈਗਾ ਸਵਰਗ ਤੋਂ ਉੱਤਰ ਦਿੱਤਾ। And he said, ਉਹਨਾਂ ਨੇ ਕਿਹਾ, don't worry about it, my child. ਚਿੰਤਾ ਨਾ ਕਰ ਮੇਰੇ ਬੱਚੇ। I've been trying to get into the church for years and they don't allow me in either. ਮੈਂ ਵੀ ਜਿਹੜਾ ਕਲੀਸਿਆ ਦੇ ਅੰਦਰ ਜਾਣ ਦੀ ਕੋਸ਼ਿਸ਼ ਬੜੇ ਸਾਲਾਂ ਤੋਂ ਕਰਦਾ ਪਿਆ, ਲੇਕਿਨ ਮੈਨੂੰ ਆਉਣ ਨਹੀਂ ਦਿੰਦੇ ਅੰਦਰ। The presence of God. ਪਰਮੇਸ਼ਵਰ ਦੀ ਮੌਜੂਦਗੀ। Do we know what it is? ਕਿ ਸਾਨੂੰ ਪਤਾ ਹੈ ਕੀ ਹੈਗਾ। Do we welcome his presence? ਕਿ ਅਸੀਂ ਆਮੰਤਰਣ ਕਰਦੇ ਹੈਗੇ ਆ ਪਰਮੇਸ਼ਵਰ ਦੀ ਮੌਜੂਦਗੀ ਨੂੰ। That is a loaded question. Think before you answer. ਇੱਕ ਬੜਾ ਭਾਰੀ ਸਵਾਲ ਹੈਗਾ, ਸੋਚੋ ਇਹਦੇ ਬਾਰੇ ਚ The ਪਹਿਲਾਂ। Bible talks so many things about God's presence. ਬਾਈਬਲ ਦੇ ਅੰਦਰ ਪਰਮੇਸ਼ਵਰ ਦੀ ਮੌਜੂਦਗੀ ਦੇ ਬਾਰੇ ਚ ਬੜੀਆਂ ਗੱਲਾਂ ਕਹੀਆਂ ਗਈਆਂ। It is one of the commonly misused terms in the church circles today. ਕਲੀਸਿਆ ਦੇ ਅੰਦਰ ਜਿਹੜਾ ਹੈਗਾ ਬਹੁਤ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਇਹਦਾ। William Hendricks wrote a book on exit interviews. ਵਿਲੀਅਮ ਹੈਂਡਰਿਕਸ ਨੇ ਜਿਹੜਾ ਹੈਗਾ ਇੱਕ ਕਿਤਾਬ ਲਿਖੀ ਕਿ ਜਦੋਂ ਲੋਕਾਂ ਨੂੰ ਨੌਕਰੀ ਛੱਡਦੇ ਤੇ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ। He asked the question, why today's generation is leaving the church? ਉਹਨੂੰ ਇਹ ਸਵਾਲ ਪੁੱਛਿਆ ਗਿਆ ਕਿ ਵੀ ਇਹ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਹੈ ਉਹ ਕਲੀਸਿਆ ਨੂੰ ਕਿਉਂ ਛੱਡਦੀ ਪਈ ਹੈ। There are many things they were noticed. ਬੜੀਆਂ ਚੀਜ਼ਾਂ ਦੇਖੀਆਂ ਉਹਨਾਂ ਨੇ। Some said the worship services are boring. ਕਈਆਂ ਨੇ ਕਿਹਾ ਕਿ ਜਿਹੜੀ ਸਤੁਤੀ ਹੈਗੀ ਹੈ ਉਹ ਬੜੀ ਬੋਰਿੰਗ ਹੁੰਦੀ ਹੈ। Because all the other things, the media and other things the young people go through today are more exciting than the church. ਕਿਉਂਕਿ ਜੋ ਸਾਰੀਆਂ ਚੀਜ਼ਾਂ ਉਹ ਲੋਕ ਖੁਦ ਦੇਖਦੇ ਹੈਗੇ, ਯੁਵਾ ਲੋਕ ਜਿਹੜਾ ਹੈਗਾ ਗਾਣੇ ਵਾਣੇ ਦੇਖਦੇ, ਪਿਕਚਰਾਂ ਦੇਖਦੇ, ਉਹ ਜ਼ਿਆਦਾ ਇੰਟਰਸਟਿੰਗ ਹੁੰਦੀਆਂ। But one thing stood out. ਲੇਕਿਨ ਇੱਕ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਆਈ ਸਾਹਮਣੇ। The church did very little for these young people to experience God. ਕਲੀਸਿਆ ਨੇ ਜਿਹੜਾ ਹੈਗਾ ਬਹੁਤ ਘੱਟ ਕੰਮ ਕੀਤਾ ਕਿ ਵੀ ਇਹ ਯੁਵਾ ਲੋਕ ਜਿਹੜਾ ਹੈ ਪਰਮੇਸ਼ਵਰ ਨੂੰ ਜਿਹੜਾ ਹੈਗਾ ਦੇਖ ਸਕਣ।
A.W. Tozer says this: A.W. ਟੌਜ਼ਰ ਨੇ ਇਸ ਤਰ੍ਹਾਂ ਕਿਹਾ, the world is perishing for the lack of knowledge of God. ਦੁਨੀਆ ਜਿਹੜੀ ਹੈਗੀ ਹੈ ਨਾਸ਼ ਹੁੰਦੀ ਪਈ ਹੈ ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦੀ ਸਮਝ ਬੂਝ ਨਹੀਂ ਹੈਗੀ, And the church is famishing for the want of His presence. ਔਰ ਕਲੀਸਿਆ ਜਿਹੜੀ ਹੈਗੀ ਹੈ ਭੁੱਖਮਰੀ ਹੋਈ ਹੈਗੀ ਉੱਥੇ ਪਰਮੇਸ਼ਵਰ ਦੀ ਮੌਜੂਦਗੀ ਦੀ। One man of God said, nothing is scarier today in the churches than the absence of the presence of God. ਇੱਕ ਇਨਸਾਨ ਨੇ ਜਿਹੜਾ ਹੈਗਾ ਇਸ ਤਰ੍ਹਾਂ ਕਿਹਾ ਕਿ ਇਹ ਤੋਂ ਜ਼ਿਆਦਾ ਡਰਾਵਨੀ ਚੀਜ਼ ਕੋਈ ਵੀ ਨਹੀਂ ਹੈਗੀ ਕਿ ਪਰਮੇਸ਼ਵਰ ਦੀ ਮੌਜੂਦਗੀ ਕਲੀਸਿਆ ਦੇ ਅੰਦਰ ਨਹੀਂ ਹੈਗੀ। Moses is an interesting case study. ਮੂਸਾ ਜਿਹੜਾ ਹੈਗਾ ਇੱਕ ਅੱਛਾ ਉਦਾਹਰਣ ਹੈ। When we want to understand God's presence, you have to study Moses. ਜਦੋਂ ਤੁਸੀਂ ਪਰਮੇਸ਼ਵਰ ਦੀ ਮੌਜੂਦਗੀ ਦਾ ਅਧਿਐਨ ਕਰਨਾ ਤਾਂ ਮੂਸਾ ਨੂੰ ਦੇਖਣਾ ਹੈ। In Exodus 3, Moses is running away from the presence of God. ਨਿਰਗਮਨ 3 ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਤੋਂ ਦੌੜਦਾ ਪਿਆ ਉਹ। Exodus 33, he is running to the presence of God. ਨਿਰਗਮਨ 33 ਦੇ ਅੰਦਰ ਪਰਮੇਸ਼ਵਰ ਦੀ ਔਰ ਦੌੜਦਾ ਪਿਆ ਉਹ। Where is your spiritual life today? ਤੁਹਾਡਾ ਰੂਹਾਨੀ ਜੀਵਨ ਕਿੱਥੇ ਹੈਗਾ? Do you find yourself running from God's presence? ਕਿ ਤੁਸੀਂ ਦੇਖਦੇ ਪਏ ਹੋ ਕਿ ਤੁਸੀਂ ਪਰਮੇਸ਼ਵਰ ਦੀ ਮੌਜੂਦਗੀ ਤੋਂ ਦੌੜਦੇ ਪਏ ਹੋ, Or you are on top of the mountain seeking His presence? ਜਾਂ ਤੁਸੀਂ ਪਰਬਤ ਦੇ ਉੱਪਰ ਹੈਗੇ ਹੋ ਔਰ ਪਰਮੇਸ਼ਵਰ ਦੀ ਮੌਜੂਦਗੀ ਲੱਭਦੇ ਪਏ ਹੋ। You know, Moses' life is divided into 3 parts. ਮੂਸਾ ਦਾ ਜੀਵਨ ਜਿਹੜਾ 3 ਭਾਗਾਂ ਦੇ ਅੰਦਰ ਵਿਭਾਜਨ ਹੋਇਆ। The first 40 years of his life, he served as the part of the royal family. ਪਹਿਲੇ 40 ਸਾਲ ਜਿਹੜਾ ਹੈਗਾ ਉਹ ਰਾਜਸੀ ਜੀਵਨ ਬਤੀਤ ਕਰਦਾ ਹੈ। The next 40 years he spent as a shepherd in the desert as a nobody. ਔਰ ਅਗਲੇ 40 ਸਾਲ ਜਿਹੜਾ ਹੈਗਾ ਚਰਵਾਹਾ ਬਣ ਕੇ ਜਿਹੜਾ ਹੈਗਾ ਰੇਗਿਸਤਾਨ ਚ ਬਿਤਾਉਂਦਾ ਹੈ। The last 40 years was God's training. ਔਰ ਆਖਰੀ 40 ਸਾਲ ਜਿਹੜੇ ਹੈਗੇ ਪਰਮੇਸ਼ਵਰ ਦੀ ਟ੍ਰੇਨਿੰਗ। D.L. Moody summarized it like this. ਡੀ.ਐਲ. ਮੂਡੀ ਨੇ ਇਸ ਤਰ੍ਹਾਂ ਸਾਰਾਂਸ਼ ਵਿੱਚ ਕਿਹਾ। I think you should write this down. ਇਹ ਲਿਖਣਾ ਜ਼ਰੂਰੀ ਹੈਗਾ। Moses spent 40 years thinking he was somebody. ਮੂਸਾ ਨੇ 40 ਸਾਲ ਬਿਤਾਤੇ ਸੋਚਦੇ ਹੋਏ ਕਿ ਮੈਂ ਕੁਝ ਹੈਗਾ। Moses spent 40 years thinking he was somebody. ਮੂਸਾ ਨੇ ਸੋਚਿਆ ਮੈਂ 40 ਸਾਲ ਕਿ ਮੈਂ ਕੁਝ ਹੈਗਾ। 40 ਸਾਲ 40 years he spent learning he was a nobody. 40 ਸਾਲ ਉਹਨੇ ਬਿਤਾਏ ਸਿੱਖਣ ਨੂੰ ਕਿ ਉਹ ਕੁਝ ਵੀ ਨਹੀਂ ਹੈ। 40 years he learned he was a nobody. 40 ਸਾਲ ਉਹਨੇ ਸਿੱਖੇ ਕਿ ਵੀ ਮੈਂ ਕੁਝ ਵੀ ਨਹੀਂ ਹੈਗਾ। And 40 years he spent discovering what God can do with anybody. ਔਰ 40 ਸਾਲ ਜਿਹੜਾ ਹੈਗਾ ਉਹਨੂੰ ਸਮਝ ਆਈ। Amen. ਔਰ 40 ਸਾਲ ਆਖਰੀ 40 ਸਾਲਾਂ 'ਚ ਉਹਨੂੰ ਇਹ ਸਮਝ ਆਇਆ ਕਿ ਪਰਮੇਸ਼ਵਰ ਕਿਸੇ ਦੇ ਨਾਲ ਵੀ ਬਹੁਤ ਵੱਡੀਆਂ ਚੀਜ਼ਾਂ ਕਰ ਸਕਦੇ। Moses spent 40 years thinking he was somebody. 40 ਸਾਲ ਉਹਨੇ ਬਿਤਾਏ ਸੋਚਦੇ ਹੋਏ ਕਿ ਮੈਂ ਕੁਝ ਹਾਂ। 40 years learning that he was a nobody. 40 ਸਾਲ ਪਤਾ ਚੱਲਦੇ ਹੋਏ ਕਿ ਉਹ ਕੁਝ ਵੀ ਨਹੀਂ ਹੈ। And 40 years discovering that what God can do with anybody. ਔਰ 40 ਸਾਲ ਬਿਤਾਏ ਉਹਨੇ ਦੇਖਦੇ ਹੋਏ ਕਿ ਪਰਮੇਸ਼ਵਰ ਕਿਸੇ ਦੇ ਨਾਲ ਵੀ ਬਹੁਤ ਵੱਡੀਆਂ ਚੀਜ਼ਾਂ ਕਰ ਸਕਦੇ ਹਨ। The title today is Understanding the Presence of God. ਅੱਜ ਦਾ ਸ਼ੀਰਸ਼ਕ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਸਮਝਣਾ। Everybody talks about God's presence. ਹਰ ਕੋਈ ਜਗ੍ਹਾ ਪਰਮੇਸ਼ਵਰ ਦੀ ਮੌਜੂਦਗੀ ਦੀ ਗੱਲ ਕਰਦਾ ਹੈ। I'm going to help you today to understand what is God's presence. ਅੱਜ ਮੈਂ ਜਿਹੜਾ ਹੈਗਾ ਸਹਾਇਤਾ ਕਰਾਂਗਾ ਕਿ ਤੁਸੀਂ ਸਮਝੋ ਕਿ ਪਰਮੇਸ਼ਵਰ ਦੀ ਮੌਜੂਦਗੀ ਕੀ ਹੈ। The first point, the difference between omnipresence and the presence of God. ਪਹਿਲੀ ਚੀਜ਼ ਹੈਗੀ ਹੈ ਕਿ ਪਰਮੇਸ਼ਵਰ ਹਰ ਜਗ੍ਹਾ ਮੌਜੂਦ ਹੈਗੇ ਨੇ ਉਹਦੇ ਅੰਦਰ ਔਰ ਪਰਮੇਸ਼ਵਰ ਦੀ ਮੌਜੂਦਗੀ ਦੇ ਅੰਦਰ ਕੀ ਅੰਤਰ ਹੈ। It may have occurred to you a question, if God is everywhere, what is the meaning of God's presence? ਜੇ ਇਹ ਤੁਹਾਡੇ ਦਿਮਾਗ 'ਚ ਹੋ ਸਕਦਾ ਆਇਆ ਹੈ ਕਿ ਪਰਮੇਸ਼ਵਰ ਜੇ ਸਾਰੀ ਜਗ੍ਹਾ ਤੇ ਹੈਗੇ ਤੇ ਪਰਮੇਸ਼ਵਰ ਦੀ ਮੌਜੂਦਗੀ ਦਾ ਕੀ ਅਰਥ ਹੋਇਆ। We say Lord Jesus is with us all the time. ਅਸੀਂ ਕਹਿੰਦੇ ਪਰ ਪ੍ਰਭੂ ਯਿਸੂ ਸਾਡੇ ਨਾਲ ਹਮੇਸ਼ਾ ਸਮੇਂ ਹੈਗੇ ਨੇ। What is this presence of God? ਇਹ ਕਿਹੜੀ ਮੌਜੂਦਗੀ ਹੈਗੀ ਪਰਮੇਸ਼ਵਰ ਦੀ? How many of you got this question in your mind? ਕਿੰਨੇ ਹੈਗੇ ਜਿਨ੍ਹਾਂ ਦੇ ਸਵਾਲ ਹੈਗਾ ਦਿਮਾਗ 'ਚ? If you read God's word, this question will come. ਇਹ ਤੁਸੀਂ ਪਰਮੇਸ਼ਵਰ ਦਾ ਵਚਨ ਪੜੋਗੇ ਤੇ ਆਏਗਾ ਦਿਮਾਗ 'ਚ। So hopefully we will get to the answer by the end of this message. ਇੱਛਾ ਰੱਖਦੇ ਹਾਂ ਕਿ ਅੰਤ 'ਚ ਜਿਹੜਾ ਹੈਗਾ ਪ੍ਰਚਾਰ 'ਚ ਸਮਝ ਆ ਜਾਏਗਾ ਇਹ ਚੀਜ਼। The fact is God is everywhere. ਇਹੀ ਚੀਜ਼ ਸੱਤ ਹੈਗੀ ਹੈ ਕਿ ਪਰਮੇਸ਼ਵਰ ਹਰ ਜਗ੍ਹਾ ਹੈਗਾ। Jeremiah 23:24, the Bible says, ਯਰਮੀਆ 23:24 'ਚ ਲਿਖਿਆ ਹੈਗਾ, Can any hide himself in secret places that I shall not see him, saith the Lord? Do I not fill the heaven and earth, says the Lord? क्या कोई अपने आप को गुप्त स्थानों पर छिपा सकता है कि मैं उसे ना देख पाऊं? यहोवा की यही वाणी है, क्या मैं आकाश और पृथ्वी को नहीं भरता? यहोवा कहता है। We keep preaching Lord Jesus is present with us. ਅਸੀਂ ਜਿਹੜਾ ਹੈਗਾ ਸਿੱਖਿਆ ਦਿੰਦੇ ਰਹਿੰਦੇ ਹਾਂ ਕਿ ਪ੍ਰਭੂ ਯਿਸੂ ਸਾਡੇ ਨਾਲ ਹੈ। But we are always handicapped by not knowing that he is with us.
ਔਰ ਸਾਡੇ ਜਿਹੜੇ ਹੈਗੇ ਹੱਥ ਕੱਟ ਜਾਂਦੇ ਹੈਗੇ ਨਾ ਜਾਣਦੇ ਹੋਏ ਕਿ ਉਹਨਾਂ ਦੀ ਮੌਜੂਦਗੀ ਕੀ ਹੈ। He has promised He will never leave us nor forsake us, ਉਹਨਾਂ ਨੇ ਜਿਹੜਾ ਹੈਗਾ ਕਿਹਾ ਹੈ ਕਿ ਮੈਂ ਨਾ ਤੁਹਾਨੂੰ ਛੱਡਾਂਗਾ ਨਾ ਛੋੜਾਂਗਾ, but we are not even aware of His presence. ਲੇਕਿਨ ਜਿਹੜਾ ਹੈਗਾ ਸਾਨੂੰ ਉਹਨਾਂ ਦੀ ਮੌਜੂਦਗੀ ਦਾ ਵੀ ਨਹੀਂ ਪਤਾ। It's a sad state, ਦੁਖਦ ਕਹਾਣੀ ਹੈ, but today I want you to fix it. ਮੈਂ ਚਾਹੁੰਦਾ ਕਿ ਤੁਸੀਂ ਇਹ ਸਹੀ ਕਰੋ ਅੱਜ। So an atheist and a Christian were discussing the value of prayer. ਇੱਕ ਮਸੀਹੀ ਔਰ ਇੱਕ ਜਿਹੜਾ ਪ੍ਰਭੂ 'ਚ ਵਿਸ਼ਵਾਸ ਨਹੀਂ ਕਰਦਾ ਆਪਸ 'ਚ ਗੱਲ ਕਰਦੇ ਪਏ ਸੀ। The atheist said, I don't never pray. ਏਥੀਅਸ ਨੇ ਕਿਹਾ ਕਿ ਮੈਂ ਕਦੀ ਪ੍ਰਾਰਥਨਾ ਨਹੀਂ ਕਰਦਾ, The Christian said, at least once in your life you should have prayed. ਤੇ ਮਸੀਹ ਕਹਿੰਦਾ ਕਿ ਇੱਕ ਵਾਰ ਤਾਂ ਤੂੰ ਪ੍ਰਾਰਥਨਾ ਕੀਤੀ ਹੋਣੀ ਜ਼ਰੂਰ। Then the atheist said, yes, I prayed once. ਤਾਂ ਏਥੀਅਸ ਕਹਿੰਦਾ ਹਾਂ ਇੱਕ ਵਾਰੀ ਪ੍ਰਾਰਥਨਾ ਕੀਤੀ ਸੀ। I was on a hunting trip in Yukon ਯੂਕਾਨ ਦੇ ਅੰਦਰ ਜਿਹੜਾ ਹੈਗਾ ਮੈਂ ਹੰਟਿੰਗ 'ਤੇ ਗਿਆ ਹੋਇਆ and ਸੀ, got separated from my party. ਜਿੰਨੇ ਬਾਕੀ ਲੋਕ ਸੀ ਉਹਨਾਂ ਤੋਂ ਮੈਂ ਅਲੱਗ ਹੋ ਗਿਆ। A snow blizzard came ਇੱਕ ਤੂਫਾਨ ਆ ਗਿਆ and I was wandering around without any direction. ਔਰ ਮੈਂ ਇੱਧਰ ਉੱਧਰ ਘੁੰਮਦਾ ਪਿਆ ਸੀ, ਮੈਨੂੰ ਕੋਈ ਦਿਸ਼ਾ ਨਹੀਂ ਸੀ। I fell on my knees and prayed to God. ਮੈਂ ਆਪਣੇ ਘੁਟਨਿਆਂ ਦੇ ਉੱਤੇ ਗਿਰ ਕੇ ਜਿਹੜਾ ਹੈਗਾ ਪ੍ਰਾਰਥਨਾ ਕੀਤੀ ਪ੍ਰਭੂ The Christian said, see, well, you got it. ਤੇ ਮਸੀਹ ਨੇ ਕਿਹਾ ਕਿ ਹਾਂ ਦੇਖ ਤੂੰ ਕਰ ਲਿੱਤਾ ਹੈ। The atheist responded, ਤੇ ਫਿਰ ਜਿਹੜਾ ਅਥੀਸਟ ਹੈਗਾ ਉਹਨੇ ਕਿਹਾ, got it, nothing. ਕਹਿੰਦਾ ਕੁਝ ਵੀ ਨਹੀਂ ਹੋਇਆ। If an Indian guide hadn't come along, just then I would have died. ਕਹਿੰਦਾ ਕਿ ਇੱਕ ਇੰਡੀਅਨ ਬੰਦਾ ਜਿਹੜਾ ਹੈਗਾ ਨਾ ਆਇਆ ਹੁੰਦਾ ਤੇ ਮੈਂ ਮਰ ਜਾਣਾ ਸੀ। Here is a man who's experiencing the absence of God in the very presence of God. ਇੱਥੇ ਇੱਕ ਇਨਸਾਨ ਹੈਗਾ ਜਿਹੜੀ ਪਰਮੇਸ਼ਵਰ ਦੀ ਗੈਰ ਮੌਜੂਦਗੀ ਨੂੰ ਜਿਹੜਾ ਹੈਗਾ ਅਨੁਭਵ ਕਰਦਾ ਪਿਆ ਹੈਗਾ, ਪਰਮੇਸ਼ਵਰ ਦੀ ਮੌਜੂਦਗੀ ਦੇ ਅੰਦਰ God's grace and loving kindness. ਪਰਮੇਸ਼ਵਰ ਦਾ ਅਨੁਗ੍ਰਹਿ ਜਿਹੜਾ ਹੈਗਾ। Unfortunately, this is not limited to atheists. It is also with the Christians today. ਦੁਖਦ ਹੈਗਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਸਿਰਫ ਨਾ ਵਿਸ਼ਵਾਸ ਕਰਨ ਵਾਲੇ ਨਹੀਂ, ਸਿਰਫ ਮਸੀਹੀ ਵੀ ਕਰਦੇ। We have all sorts of misconceptions about God. ਸਾਡੇ ਜਿਹੜੇ ਹੈਗੇ ਬੜੇ ਗਲਤ ਵਿਚਾਰ ਹੈਗੇ ਨੇ ਪ੍ਰਭੂ ਦੇ ਬਾਰੇ 'ਚ। It blinds us to the presence of God. ਇਹ ਸਾਨੂੰ ਅੰਨਾ ਕਰ ਦਿੰਦੀ ਹੈਗੀ ਪਰਮੇਸ਼ਵਰ ਦੀ ਮੌਜੂਦਗੀ ਦੇ ਵਾਸਤੇ। The Jewish leaders, as an example, had many ideas of the Messiah. ਜਿਹੜੇ ਯਹੂਦੀ ਲੋਕ ਹੈਗੇ ਸੀ ਉਹ ਉਹਨਾਂ ਦੇ ਬੜੇ ਵਿਚਾਰ ਹੈਗੇ ਸੀ ਪ੍ਰਭੂ ਦੇ ਬਾਰੇ 'ਚ। So much so that in the presence of the Messiah, they felt the absence of him. ਇੰਨਾ ਜ਼ਿਆਦਾ ਉਹਨਾਂ ਦੇ ਵਿਚਾਰ ਹੈਗੇ ਸੀ ਗਲਤ ਕਿ ਮਸੀਹਾ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਨੂੰ ਨਹੀਂ ਪਛਾਣ ਪਾਏ। They rejected him. ਉਹਨੂੰ ਜਿਹੜਾ ਨਕਾਰਤਾ। Christ was objectively in their presence. He came to the Jewish people. ਪ੍ਰਭੂ ਜਿਹੜੇ ਹੈਗੇ ਮਸੀਹਾ ਜਿਹੜਾ ਹੈਗਾ ਉਹਨਾਂ ਦੇ ਅੰਦਰ ਸਰੀਰਕ ਰੂਪ ਵਿੱਚ ਆਏ ਹੋਏ ਸੀ। But they were never, they did not recognize him. ਲੇਕਿਨ ਉਹਨਾਂ ਨੂੰ ਨਹੀਂ ਪਛਾਣਿਆ ਕਿਸੇ ਨੇ। How often does Christ come to his own and his own recognize him not? ਕਿੰਨੀ ਵਾਰ ਹੈਗੇ ਜਿਹੜੇ ਮਸੀਹਾ ਆਪਣੇ ਲੋਕਾਂ ਕੋਲ ਆਉਂਦੇ ਹੈਗੇ ਔਰ ਆਪਣੇ ਲੋਕ ਹੀ ਨਹੀਂ ਪਹਿਚਾਨਦੇ। He has promised that he will be with us. ਉਹਨਾਂ ਨੇ ਪ੍ਰਤਿੱਗਿਆ ਕੀਤੀ ਹੈ ਕਿ ਸਾਡੇ ਨਾਲ ਰਹਿਣਗੇ। This is what Paul was doing on Mars Hill. ਇਹੀ ਜਿਹੜੀ ਚੀਜ਼ ਹੈਗੀ ਹੈ ਪੌਲ ਨੇ ਕੀਤੀ ਹੈਗੀ ਸੀ ਮਾਰਸਲ ਜੀ। He was telling to the people of Athens about the presence of God. ਐਥਨਸ ਦੇ ਲੋਕਾਂ ਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਦੇ ਬਾਰੇ ਪ੍ਰਚਾਰ ਕਰਦਾ He ਪਿਆ said, in him we live and move and have our being. ਕਿ ਉਹਨਾਂ ਦੇ ਅੰਦਰ ਹੀ ਜਿਹੜਾ ਹੈਗਾ ਸਾਡਾ ਅਸਤਿਤਵ ਹੈਗਾ। They worshipped an unknown God. ਇੱਕ ਜਿਹੜਾ ਹੈਗਾ ਅਗਿਆਤ ਪ੍ਰਭੂ ਨੂੰ ਜਿਹੜਾ ਹੈਗਾ ਉਹ ਸਤੁਤੀ ਕਰਦੇ ਸੀ। A God that is far away. ਇਹ ਪ੍ਰਭੂ ਜਿਹੜਾ ਬਹੁਤ ਦੂਰ ਹੈਗਾ। But Paul was saying that he is near. He is a God who is near. ਲੇਕਿਨ ਪੌਲਸ ਕਹਿੰਦਾ ਹੈਗਾ ਕਿ ਉਹ ਪ੍ਰਭੂ ਜਿਹੜੇ ਹੈਗੇ ਨਿਕਟ ਹੈਗੇ ਨੇ। We are not very much different from them. ਅਸੀਂ ਉਹਨਾਂ ਤੋਂ ਬਹੁਤ ਵੱਖਰੇ ਨਹੀਂ ਹੈਗੇ। The part of our problem is this. ਸਾਡੀ ਦੁਵਿਧਾ ਇਹ ਹੈਗੀ ਹੈ We need to be on that sycamore tree, hanging there, looking at the Lord to be aware of him. ਸਾਨੂੰ ਜਿਹੜਾ ਹੈਗਾ ਉਸ ਸਿਕਮੋਰ ਟਰੀ ਦੇ ਉੱਤੇ ਜਿਹੜਾ ਹੈਗਾ ਲਟਕਦੇ ਹੋਏ ਦੇਖਣਾ, ਆਪਣੀ ਅੱਖੋਂ ਦੇਖਾਂਗੇ ਪ੍ਰਭੂ ਨੂੰ ਤਾਂ ਹੀ ਪਹਿਚਾਨਾਂਗੇ। We read these wonderful stories in the Bible. ਬਾਈਬਲ ਦੇ ਅੰਦਰ ਬਹੁਤ ਅਦਭੁਤ ਕਹਾਣੀਆਂ ਅਸੀਂ ਪੜ੍ਹਨੇ ਆ। And we only think that the only time we need to seek God is in crisis. ਔਰ ਪਰਮੇਸ਼ਵਰ ਨੂੰ ਤਾਂ ਹੀ ਅਸੀਂ ਖੋਜਨੇ ਹੈਗੇ ਆ ਜਦੋਂ ਦੁਵਿਧਾ ਆਉਂਦੀ ਹੈ। We read Daniel in the lion's den. ਅਸੀਂ ਦੇਖਨੇ ਹੈਗੇ ਦਾਨੀਏਲ ਜਿਹੜਾ ਹੈਗਾ ਸ਼ੇਰ ਦੇ ਡੰਨ 'ਚ ਹੈਗਾ। His 3 friends in the fiery furnace. ਉਹਦੇ 3 ਦੋਸਤ ਜਿਹੜੇ ਹੈਗੇ ਫਰਨੈਸ 'ਚ। Paul and Silas in the jail. ਪੌਲ ਸਾਈਲਸ ਜੇਲ੍ਹ 'ਚ। All experiencing this great power of God. ਸਾਰੇ ਜਿਹੜੇ ਹੈਗੇ ਅਨੁਭਵ ਕਰਦੇ ਹੈਗੇ ਪਰਮੇਸ਼ਵਰ ਦੀ ਪਰਾਕਰਮ ਨੂੰ। And we think, oh, when there is crisis, we can approach God. That is the brainwashing that we undergo ourselves. ਔਰ ਅਸੀਂ ਸੋਚਨੇ ਹੈ ਕਿ ਜਦੋਂ ਅਸੀਂ ਦੁਵਿਧਾ 'ਚ ਪੈਂਦੇ ਹੈਗੇ ਤਾਂ ਵੀ ਅਸੀਂ ਪਰਮੇਸ਼ਵਰ ਨੂੰ ਜਿਹੜਾ ਕਿ ਬੁਲਾ ਸਕਨੇ ਹੈਗੇ। But what we fail to understand is that we have to experience His presence in our daily life. ਇਹ ਚੀਜ਼ ਅਸੀਂ ਨਹੀਂ ਸਮਝ ਪਾਉਂਦੇ ਹੈਗੇ ਕਿ ਉਹਨਾਂ ਦੀ ਮੌਜੂਦਗੀ ਨੂੰ ਅਸੀਂ ਅਨੁਭਵ ਕਰਨਾ ਹੈਗਾ ਆਪਣੇ ਰੋਜ਼ਮਰਰਾ ਦੇ ਜੀਵਨ ਵਿੱਚ। Crisis is relatively rare than daily life.
ਦੁਵਿਧਾ ਜਿਹੜੀ ਹੈਗੀ ਹੈ ਬਹੁਤ ਘੱਟ ਆਂਦੀ ਹੈਗੀ ਹੈ ਬਨਸਪਤ ਕੇ ਜੋ ਰੋਜ਼ਮਰਰਾ ਦੀ ਜੀਵਨ ਹੈਗਾ। If we only want Christ in the crisis, ਜੇ ਅਸੀਂ ਚਾਹੁੰਦੇ ਹੈਗੇ ਹਾਂ ਉਹਨਾਂ ਨੂੰ ਸਿਰਫ ਦੁਵਿਧਾ ਦੇ ਅੰਦਰ, he is just like an insurance policy. ਉਹ ਫਿਰ ਇਸ ਤਰ੍ਹਾਂ ਹੀ ਹੈਗੇ ਜਿਸ ਤਰ੍ਹਾਂ ਕੋਈ ਇੰਸ਼ੋਰੈਂਸ ਪਾਲਿਸੀ ਹੈਗੀ ਹੈ। You see, when Jesus is Lord, he is Lord of everything in our lives. ਜਦੋਂ ਪ੍ਰਭੂ ਯਿਸੂ ਪ੍ਰਭੂ ਹੈਗੇ ਤੇ ਉਹ ਹਰ ਜੀਵਨ ਦੇ ਸਾਡੇ ਹਰ ਪਹਿਲੂ ਦੇ ਅੰਦਰ ਪ੍ਰਭੂ ਹੈਗੇ। He is the God of the everyday. ਉਹ ਜਿਹੜਾ ਹੈਗਾ ਹਰ ਰੋਜ਼ ਦੇ ਪ੍ਰਭੂ ਹੈਗੇ। He is the God when you go to Walmart. ਉਹ ਪ੍ਰਭੂ ਹੈਗੇ ਜਦੋਂ ਤੁਸੀਂ ਵਾਲਮਾਰਟ ਜਾਂਦੇ ਹੋ। He is the God when you go to work. ਉਹ ਪ੍ਰਭੂ ਤਦ ਵੀ ਹੈਗੇ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ। He is a God at home. ਉਹ ਘਰ ਵਿੱਚ ਪ੍ਰਭੂ। He is a God when you are on your phone call. ਤੁਸੀਂ ਜਦੋਂ ਫੋਨ ਤੇ ਹੈਗੇ ਹੋ ਤਾਂ ਵੀ ਪ੍ਰਭੂ। And he is God in church also. ਔਰ ਕਲੀਸਿਆ ਦੇ ਅੰਦਰ ਵੀ ਪ੍ਰਭੂ। He is not an unknown God. ਉਹ ਅਗਿਆਤ ਪ੍ਰਭੂ ਨਹੀਂ ਹੈਗੇ। There is an objective and a subjective presence of God. ਇੱਕ ਪ੍ਰਭੂ ਦੀ ਜਿਹੜੀ ਹੈਗੀ ਹੈ ਦੇਖਣ ਵਾਲੀ ਔਰ ਅਦੇਖੀ ਜਿਹੜੀ ਹੈਗੀ ਹੈ ਮੌਜੂਦਗੀ ਹੈਗੀ ਹੈ। God has a purpose to be in our lives. ਪਰਮੇਸ਼ਵਰ ਦਾ ਕੋਈ ਕੰਮ ਹੈਗਾ, ਪਰਪਸ ਹੈਗਾ ਸਾਡੇ ਜੀਵਨ 'ਚ। It's the fact of life. ਇਹ ਜੀਵਨ ਦਾ ਸੱਤ ਹੈਗਾ। But he wants us also, for all our activities, all our situation, all our things related to us, he will be God of that also. ਉਹ ਚਾਹੁੰਦੇ ਹੈਗੇ ਕਿ ਸਾਡੇ ਜੀਵਨ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਚੱਲਦੀਆਂ ਪਈਆਂ ਹੈਗੀਆਂ ਕਿ ਉਹਨਾਂ ਦੇ ਵੀ ਪ੍ਰਭੂ ਬਣਨ। But we neglect him. ਲੇਕਿਨ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਪਹਿਚਾਨਦੇ। We know that he is around us. ਸਾਨੂੰ ਪਤਾ ਹੈ ਕਿ ਉਹ ਸਾਡੇ ਆਲੇ ਦੁਆਲੇ ਨੇ। But God's presence work only on interaction. ਪਰਮੇਸ਼ਵਰ ਦੀ ਮੌਜੂਦਗੀ ਜੇ ਤਾਂ ਹੀ ਕੰਮ ਕਰਦੀ ਹੈਗੀ ਜਦੋਂ ਅਸੀਂ ਕੋਈ ਗੱਲਬਾਤ ਕਰਨੇ ਆ। You don't interact with him, he will remain in his promise, but you won't experience him. ਜੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਹੈਗੇ ਹੋ ਤੇ ਉਹ ਦੂਰ ਰਹਿੰਦੇ ਹੈਗੇ, ਕੋਈ ਕੰਮ ਨਹੀਂ ਕਰਦੇ ਜੀਵਨ 'ਚ। You see, fellowship is the key for God's presence. ਉਹਨਾਂ ਦੇ ਨਾਲ ਜਿਹੜਾ ਹੈਗਾ ਸਹਿਭਾਗਿਤਾ ਜਿਹੜੀ ਹੈਗੀ ਹੈ ਉਹ ਕੁੰਜੀ ਹੈਗੀ ਹੈ ਉਹਨਾਂ ਦੀ ਮੌਜੂਦਗੀ ਦੀ। There is omnipotence, there is presence of God. ਇੱਕ ਹੈਗੀ ਹੈ ਕਿ ਉਹ ਹਰ ਜਗ੍ਹਾ ਤੇ ਹੈਗੇ ਨੇ ਔਰ ਦੂਜਾ ਹੈਗਾ ਕਿ ਉਹਨਾਂ ਦੀ ਮੌਜੂਦਗੀ। There is $1 billion in the bank, it only how much you draw, you can use. ਤੁਹਾਡੇ ਬੈਂਕ ਦੇ ਅੰਦਰ $1 ਬਿਲੀਅਨ ਹੈਗੇ ਨੇ ਲੇਕਿਨ ਜਿੰਨੇ ਤੁਸੀਂ ਬਾਹਰ ਕੱਢੇ ਉਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। Let me give you a wonderful example. ਇੱਕ ਜਿਹੜਾ ਹੈ ਬਹੁਤ ਅੱਛਾ ਉਦਾਹਰਨ ਦੇਣਾ। Let's say there is a camera, candid camera in your house. ਸੋਚ ਲਓ ਤੁਹਾਡੇ ਘਰ ਜਿਹੜਾ ਇੱਕ ਕੈਮਰਾ ਪਿਆ ਹੈਗਾ। People will behave different on camera than out of camera. ਲੋਕੀ ਜਿਹੜਾ ਜਦੋਂ ਕੈਮਰਾ ਦੇ ਅੰਦਰ ਹੈਗੇ ਤੇ ਉਹਨਾਂ ਦਾ ਵੱਖਰਾ ਬਿਹੇਵੀਅਰ ਹੋਏਗਾ ਔਰ ਕੈਮਰਾ ਤੋਂ ਦੂਰ ਹੈਗੇ ਤੇ ਵੱਖਰਾ। I know because 1 minute recording took me 10 times. ਉਹ ਮੈਨੂੰ ਪਤਾ ਹੈ ਕਿਉਂਕਿ 1 ਮਿੰਟ ਦੀ ਰਿਕਾਰਡਿੰਗ ਨੂੰ ਮੈਨੂੰ 10 ਮਿੰਟ ਲੱਗ ਗਏ। People's, try to behave different. ਲੋਕਾਂ ਦਾ ਵਰਤਾਵ ਜਿਹੜਾ ਹੈ ਵੱਖਰਾ ਹੁੰਦਾ ਹੈ ਕੈਮਰਾ 'ਚ। We will do foolish thing. We will not do the foolish things we do normally. ਅਸੀਂ ਜਿਹੜੀਆਂ ਗਲਤ ਚੀਜ਼ਾਂ ਕਰਦੇ ਹੈਗੇ ਨੇ, ਝੱਲੀਆਂ ਵਾਲੀਆਂ ਗੱਲਾਂ ਕਰਦੇ ਹੈਗੇ ਆ, ਉਹ ਕੈਮਰੇ ਦੇ ਸਾਹਮਣੇ ਨਹੀਂ ਕਰਦੇ। We do the same things at home every day. ਉਹੀਆਂ ਚੀਜ਼ ਜਿਹੜੇ ਦੁਹਰਾਉਂਦੇ ਹੈਗੇ ਘਰ 'ਚ। We do things that hurt or hinder or something else. ਦੁੱਖ ਪਹੁੰਚਾਉਣ ਵਾਲੀਆਂ ਜਾਂ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਤੋਂ ਦੂਰ ਲੈ ਕੇ ਜਾਂਦੇ ਆ, ਅਸੀਂ ਕਈ ਚੀਜ਼ਾਂ ਕਰਨੇ ਆ। We hurt people, we neglect people, we do all sorts of things. ਲੋਕਾਂ ਨੂੰ ਦੁੱਖ ਦਿਲਾਉਂਦੇ ਹੈਗੇ ਆ, ਉਹਨਾਂ ਨੂੰ ਨਕਾਰਦੇ ਆ, ਨਹੀਂ ਪਹਿਚਾਨਦੇ ਆ ਉਹਨਾਂ ਨੂੰ ਲੋਕਾਂ। Frustrations from outside, we take it out on the wife, or the wife takes it out on the husband and children, all sorts of things. ਘਰੋਂ ਬਾਹਰ ਕੀਤੀ ਹੋਈ ਫਰਸਟ੍ਰੇਸ਼ਨ ਜਿਹੜੀ ਹੈ ਘਰ ਵਾਲਿਆਂ ਦੇ ਉੱਤੇ ਉਤਾਰਨੇ ਆ। Just imagine there is a camera kept there in your house. ਸੋਚ ਲਓ ਜੇ ਘਰ ਦੇ ਅੰਦਰ ਤੁਹਾਡੇ ਕੋਈ ਕੈਮਰਾ ਲੱਗਿਆ ਹੋਇਆ ਹੈ। The purpose of the camera is to see how you treat and how you behave in everyday life. ਉਹਦਾ ਮਕਸਦ ਕੈਮਰਾ ਦਾ ਇਹ ਹੈਗਾ ਦੇਖਣ ਵਾਸਤੇ ਕਿ ਤੁਹਾਡਾ ਵਰਤਾਵ ਜਿਹੜਾ ਹੈਗਾ ਰੋਜ਼ਮਰਰਾ ਦੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਹੈਗਾ ਲੋਕਾਂ ਤੇ। You see, just the awareness of the camera, you will control your tongue first, number one. ਜੇ ਤੁਸੀਂ ਇਹ ਸਮਝ ਜਾਓ ਕਿ ਕੈਮਰਾ ਲੱਗਿਆ ਹੋਇਆ ਹੈ ਤੇ ਉਹਦੇ ਨਾਲ ਹੀ ਤੁਸੀਂ ਆਪਣੀ ਜ਼ਬਾਨ ਨੂੰ ਜਿਹੜਾ ਹੈਗਾ ਰੋਕ ਲਵੋਗੇ। You will never wear the home clothes which you normally wear. ਘਰ ਦੇ ਅੰਦਰ ਜਿਹੜੇ ਤੁਸੀਂ ਪੋਸ਼ਾਕ ਪਹਿਨਦੇ ਹੈਗੇ, ਕੱਪੜੇ ਪਾਉਂਦੇ ਹੋ, ਤੁਸੀਂ ਉਹ ਨਹੀਂ ਪਾਓਗੇ। You would be a model of what love should be. ਔਰ ਤੁਸੀਂ ਜਿਹੜਾ ਹੈਗਾ ਇੱਕ ਬੜਾ ਅੱਛਾ ਉਦਾਹਰਨ ਬਣੋਗੇ ਕਿ ਵੀ ਪਿਆਰ ਕੀ ਹੋਣਾ ਚਾਹੀਦਾ। You see, replace the camera with Lord Jesus Christ. ਉਹ ਕੈਮਰਾ ਨੂੰ ਹਟਾ ਦਿਓ ਔਰ ਪ੍ਰਭੂ ਯਿਸੂ ਨੂੰ ਰੱਖ ਲਓ। You may not know it, but he is sitting there in your living room. ਤੁਹਾਨੂੰ ਨਹੀਂ ਪਤਾ ਲੇਕਿਨ ਹੋ ਸਕਦਾ ਲੇਕਿਨ ਉਹ ਪੱਕਾ ਹੈਗਾ ਕਿ ਉਹ ਤੁਹਾਡੇ ਘਰ 'ਚ ਹੈਗੇ ਨੇ। He is watching everything that you do. ਉਹ ਸਭ ਕੁਝ ਦੇਖਦੇ ਪਏ ਜੋ ਤੁਸੀਂ ਕਰ ਰਹੇ ਹੋ। You see, because you feel you don't see him,
ਤੁਹਾਨੂੰ ਜੇ ਲੱਗਦਾ ਹੈਗਾ ਕਿ ਤੁਸੀਂ ਉਹਨਾਂ ਨੂੰ ਨਹੀਂ ਖੋਜਦੇ ਪਏ, You feel you can be a sub-Christian because you are not afraid of discovery. ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਵੀ ਤੁਸੀਂ ਮਸੀਹੀ ਸਤਰ ਤੋਂ ਥੱਲੇ ਜੀਵਨ ਬਤੀਤ ਕਰ ਸਕਦੇ ਹੈਗੇ ਕਿਉਂਕਿ ਤੁਸੀਂ ਲੱਭਦੇ ਨਹੀਂ ਪਏ ਪ੍ਰਭੂ ਨੂੰ। If there is a possibility of our behavior to be shown to the world, we would behave differently. ਜੇ ਇਸ ਤਰ੍ਹਾਂ ਦਾ ਹੋ ਜਾਵੇ ਕਿ ਤੁਹਾਡਾ ਵਰਤਾਵ ਜਿਹੜਾ ਹੈਗਾ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਪ੍ਰਕਾਸ਼ਿਤ ਹੋ ਜਾਏ ਤਾਂ ਤੁਸੀਂ ਵੱਖਰਾ ਵਰਤਾਵ ਕਰੋਗੇ। We justify our sub-Christian behavior because we are not aware of the presence of Christ. ਅਸੀਂ ਜਿਹੜਾ ਹੈਗਾ ਉਹ ਸਤਰ ਮਸੀਹੀ ਸਤਰ ਤੋਂ ਘੱਟ ਦੇ ਜੀਵਨ ਨੂੰ ਬਤੀਤ ਅਸੀਂ ਕਰਨ ਨੂੰ ਜਿਹੜਾ ਜਸਟੀਫਾਈ ਕਰ ਦਿੰਦੇ ਕਿਉਂਕਿ ਸਾਨੂੰ ਲੱਗਦਾ ਕਿ ਪ੍ਰਭੂ ਯਿਸੂ ਜਿਹੜਾ ਸਾਨੂੰ ਨਹੀਂ ਦੇਖਦੇ ਪਏ। In fact, we practice the absence of Christ because it's the only way we can be comfortable living which less than a Christian life. ਅਸੀਂ ਜਿਹੜਾ ਹੈਗਾ ਇਹ ਸਮਝ ਲੈਂਦੇ ਹੈਗੇ ਕਿ ਪ੍ਰਭੂ ਜਿਹੜਾ ਹੈਗਾ ਨਹੀਂ ਹੈਗੇ ਤਾਂ ਹੀ ਜਿਹੜਾ ਹੈਗਾ ਅਸੀਂ ਉਹ ਜਿਹਾ ਜੀਵਨ ਬਤੀਤ ਕਰਨੇ ਆ ਜਿਹੜਾ ਸਤਰ ਜਿਹਦਾ ਮਸੀਹ ਜੀਵਨ ਤੋਂ ਘੱਟ ਹੁੰਦਾ। It would be extremely embarrassing for you to come rushing into your living room and screaming at your spouse or children or anybody. ਇਹ ਬੜੀ ਸ਼ਰਮਨਾਕ ਚੀਜ਼ ਹੋਏਗੀ ਕਿ ਜੋ ਤੁਸੀਂ ਆਪਣੇ ਕਮਰੇ ਦੇ ਅੰਦਰ ਆ ਕੇ ਆਪਣੇ ਪਤੀ ਜਾਂ ਪਤਨੀ ਦੇ ਉੱਤੇ ਜਾਂ ਬੱਚਿਆਂ ਦੇ ਉੱਤੇ ਜਿਹੜਾ ਚੀਕੋ। And then see Lord Jesus sitting on the couch. ਔਰ ਫਿਰ ਦੇਖੋ ਕਿ ਸੋਫੇ ਦੇ ਉੱਤੇ ਜਿਹੜਾ ਹੈਗਾ ਪ੍ਰਭੂ ਯਿਸੂ ਬੈਠੇ। Are you understanding what I'm trying to say? ਤੁਹਾਨੂੰ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? If we could just be aware of who Christ is, we will naturally control our impulses, our thoughts, our actions to align ourselves with God's word. ਜੇ ਅਸੀਂ ਸਮਝ ਜਾਈਏ ਕਿ ਪ੍ਰਭੂ ਯਿਸੂ ਕੌਣ ਹੈਗੇ, ਉਹਨਾਂ ਦਾ ਵਜੂਦ ਕੀ ਹੈਗਾ, ਤੇ ਸਾਨੂੰ ਜੋ ਸੁਭਾਵਿਕ ਰੂਪ ਨਾਲ ਜਿਹੜੀਆਂ ਚੀਜ਼ਾਂ ਸਾਡੇ ਅੰਦਰੋਂ ਉੱਠਦੀਆਂ ਹੈਗੀਆਂ ਉਹਨੂੰ ਅਸੀਂ ਰੋਕ ਲਗਾਈਏ। Who knows what is the national bird of Canada? ਕਿਹਨੂੰ ਪਤਾ ਹੈਗਾ ਕਿ ਨੈਸ਼ਨਲ ਬਰਡ ਕੈਨੇਡਾ ਦਾ ਕਿਹੜਾ ਹੈਗਾ? Anybody? No. It is grey jay. It's a small bird. It's a grey jay. That is the national bird of Canada. ਨੈਸ਼ਨਲ ਬਰਡ ਹੈਗਾ ਗ੍ਰੇ ਜੇ, ਛੋਟਾ ਜਿਹਾ। Why was it selected as a national bird? ਉਹਨੂੰ ਕਿਉਂ ਚੁਣਿਆ ਗਿਆ? Because all provinces in Canada has this bird. ਕਿਉਂਕਿ ਸਾਰੀਆਂ ਪ੍ਰੋਵਿੰਸਾਂ ਦੇ ਅੰਦਰ ਜਿਹੜਾ ਹੈਗਾ ਇਹ ਪੰਛੀ ਮੰਨਿਆ ਜਾਂਦਾ ਹੈ। It's very, very common. ਬਹੁਤ ਕਾਮਨ ਹੈਗਾ। So once you hear its voice, then you start to be aware. Otherwise, you won't even know that bird is there. ਉਹ ਇੰਨਾ ਛੋਟਾ ਪੰਛੀ ਹੈਗਾ ਕਿ ਜਦੋਂ ਉਹਦੀ ਆਵਾਜ਼ ਸੁਣਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਹੈਗਾ, ਨਹੀਂ ਤੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। It is similar with God's presence. ਪਰਮੇਸ਼ਵਰ ਦੀ ਮੌਜੂਦਗੀ ਵੀ ਇਸ ਤਰ੍ਹਾਂ ਹੀ ਆ। He is present all the time, but you have to listen to His word. ਉਹ ਹਰ ਸਮੇਂ ਜਿਹੜਾ ਹੈਗਾ ਮੌਜੂਦ ਹੈਗੇ, ਲੇਕਿਨ ਤੁਹਾਨੂੰ ਆਪਣੇ ਕੰਨ ਲਾਉਣੇ ਪੈਂਦੇ ਹੈਗੇ ਸੁਣਨ ਨੂੰ। The Bible says we have to seek Him. ਪਰਮੇਸ਼ਵਰ ਨੂੰ ਜਿਹੜਾ ਹੈਗਾ ਖੋਜਣਾ ਹੈ, ਬਾਈਬਲ 'ਚ ਲਿਖਿਆ ਹੈਗਾ। Say, Lord, today I have not heard your voice. I don't know where you are. Show me where you are. ਇਸ ਤਰ੍ਹਾਂ ਪ੍ਰਾਰਥਨਾ ਕਰੋ ਕਿ ਪ੍ਰਭੂ ਜਿਹੜਾ ਹੈਗਾ ਤੁਹਾਡੀ ਆਵਾਜ਼ ਮੈਨੂੰ ਅੱਜ ਸੁਣਾਈ ਨਹੀਂ ਦਿੱਤੀ, ਤੁਸੀਂ ਮੈਨੂੰ ਪ੍ਰਗਟ ਕਰੋ ਆਪਣੇ ਆਪ ਨੂੰ, ਕਿੱਥੇ ਹੈਗੇ ਹੋ। That prayer is music to God's ears. ਇਹ ਪ੍ਰਾਰਥਨਾ ਜਿਹੜੀ ਹੈਗੀ ਹੈ ਉਹਨਾਂ ਦੇ ਕੰਨਾਂ ਨੂੰ ਬਹੁਤ ਹੀ ਲੁਭਾਵਨੀ ਲੱਗੇਗੀ। How I know this? ਮੈਨੂੰ ਕਿਸ ਤਰ੍ਹਾਂ ਪਤਾ? Deuteronomy 4:29. ਡਿਟਰੋਨਮੀ 4:29। But if thou shalt seek the Lord thy God, thou shalt find him, if you seek him with all thy heart and with all thy soul. परंतु वहाँ भी यदि तुम अपने परमेश्वर यहोवा को ढूंढोगे तो वह तुमको मिल जाएगा। शर्त यह है कि तुम अपने पूरे मन से और अपने सारे प्राण से उसे ढूंढो। If you don't find, you will not find him if you don't seek him. जे खोजोगे नहीं तो वो नहीं ਲੱਭੇ ਜਾਣਗੇ। It's true he died for you on the cross. ਸੱਤ ਹੈਗਾ ਕਿ ਕਰੂਸ ਦੇ ਉੱਤੇ ਉਹਨਾਂ ਨੇ ਆਪਣਾ ਜੀਵਨ ਦਿੱਤਾ। It's true he is your personal savior. ਹਾਂ, ਤੁਹਾਡੇ ਵਿਅਕਤੀਗਤ ਸੇਵੀਅਰ ਹੈਗੇ ਨੇ। It is true that you are the temple of the Holy Spirit. ਇਹ ਵੀ ਹੈਗਾ ਕਿ ਤੁਸੀਂ ਮੰਦਿਰ ਹੈਗੇ ਹੋ ਪਵਿੱਤਰ ਆਤਮਾ ਦੇ। But do you know him? ਲੇਕਿਨ ਤੁਸੀਂ ਜਾਣਦੇ ਹੋ ਕਿ Do you know his presence? ਉਹਨਾਂ ਦੀ ਮੌਜੂਦਗੀ ਨੂੰ ਜਾਣਦੇ ਹੋ? Do you know how to interact with him? ਤੁਸੀਂ ਜਾਣਦੇ ਹੋ ਕਿ ਉਹਨਾਂ ਨਾਲ ਕਿਸ ਤਰ੍ਹਾਂ ਗੱਲਬਾਤ ਕੀਤੀ ਜਾਵੇ? If he walks down this church aisle today, do you recognize him? ਜੇ ਚਰਚ ਦੇ ਅੰਦਰ ਆਣਗੇ ਤਾਂ ਤੁਸੀਂ ਪਹਿਚਾਨੋਗੇ ਉਹਨਾਂ ਨੂੰ। Philip Brooks was one of the greatest preachers in America at one time, 100 years ago. ਕੁਝ 100 ਸਾਲ ਪਹਿਲਾਂ ਜਿਹੜਾ ਹੈਗਾ ਫਿਲਿਪ ਬਰੂਸ ਜਿਹੜਾ ਹੈਗਾ ਇੱਕ ਵੱਡਾ ਪ੍ਰਚਾਰਕ ਹੈਗਾ ਸੀ US 'ਚ। He said like this, and it's very truth. It's a big truth. Listen to me. ਬੜਾ ਸੱਤ ਹੈਗਾ ਸੀ, ਇਸ ਤਰ੍ਹਾਂ ਕੁਝ ਕਿਹਾ ਉਹਨੇ। He said the greatest danger facing us all ਸਭ ਤੋਂ ਬੜਾ ਖਤਰਾ ਜਿਹੜਾ ਹੈਗਾ ਸਾਡੇ ਸਾਹਮਣੇ is not that we make a failure of our life.
ਇਹ ਨਹੀਂ ਹੈਗਾ ਕਿ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈਗਾ ਨਾਕਾਮ ਕਰ ਦਈਏ। It is not that we fall into viciousness or you can say bad behavior. ਇਹ ਨਹੀਂ ਹੈਗਾ ਕਿ ਅਸੀਂ ਗਲਤ ਵਰਤਾਵ ਦੇ ਅੰਦਰ ਜੀਵਨ ਬਤੀਤ ਕਰ ਦਈਏ। It is not that we will be terribly unhappy. ਇਹ ਨਹੀਂ ਕਿ ਅਸੀਂ ਬੜੇ ਦੁਖੀ ਹੋਵਾਂਗੇ। It is not that life has no meaning. ਇਹ ਨਹੀਂ ਕਿ ਕੋਈ ਮਤਲਬ ਹੀ ਨਹੀਂ ਹੈਗਾ ਜੀਵਨ ਦਾ। None of these things. ਇਹ ਸਭ ਚੀਜ਼ਾਂ ਨਹੀਂ ਹੈਗੀਆਂ। The danger is this, ਖਤਰਾ ਇਹ ਹੈ that we may fail to perceive life's greatest meaning. ਕਿ ਅਸੀਂ ਜਿਹੜਾ ਹੈਗਾ ਪਹਿਚਾਨਣ ਨੂੰ ਨਾਕਾਮ ਹੋ ਜਾਈਏ ਕਿ ਜੀਵਨ ਦੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਸਾਨੂੰ ਸਮਝਣੀ ਚਾਹੀਦੀ ਜਿਹੜੀ Fall short of his highest goal. ਕਿ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਇੱਛਾ ਹੈਗੀ ਹੈ ਉੱਥੋਂ ਅਸੀਂ ਥੱਲੇ ਰਹਿ ਜਾਈਏ। Miss its deepest and abiding happiness. ਕਿ ਉਹਨਾਂ ਦੇ ਮਕਸਦ ਨੂੰ ਪਹਿਚਾਨਣ ਦੇ ਅੰਦਰ ਜਿਹੜਾ ਸਭ ਤੋਂ ਜ਼ਿਆਦਾ ਖੁਸ਼ੀ ਹੈਗੀ ਹੈ ਉਹ ਨਾ ਅਸੀਂ ਦੇਖ To ਪਾਈਏ। be unconscious of the presence of God ਕਿ ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਪਹਿਚਾਨ ਹੀ ਨਾ ਪਾਈਏ and be content with it. ਔਰ ਉਹਦੇ ਨਾਲ ਵੀ ਖੁਸ਼ ਰਹੀਏ ਕਿ ਹਾਂ ਵੀ ਨਹੀਂ ਪਹਿਚਾਨਦੇ। That is the greatest danger. ਇਹ ਸਭ ਤੋਂ ਵੱਡਾ ਜਿਹੜਾ ਖਤਰਾ ਸੀ। We Christians have fallen into a state of inertia. ਅਸੀਂ ਮਸੀਹ ਲੋਕ ਜਿਹੜਾ ਹੈਗਾ ਜਿਸ ਥਾਂ ਤੇ ਹੈਗੇ ਆ ਉਸੇ ਤੇ ਖੁਸ਼ ਰਹਿੰਦੇ ਆ। The practice of living without the conscious presence of God. ਉਸ ਥਾਂ ਦੇ ਉੱਤੇ ਜਿਹਦੇ ਅੰਦਰ ਅਸੀਂ ਪਰਮੇਸ਼ਵਰ ਦੀ ਜਿਹੜੇ ਹੈਗੇ ਮੌਜੂਦਗੀ ਨੂੰ ਨਹੀਂ ਪਹਿਚਾਨਦੇ। Not to seek it with all our heart and all our soul. ਅਸੀਂ ਉਹਨਾਂ ਨੂੰ ਜਿਹੜਾ ਹੈਗਾ ਲੱਭਦੇ ਨਹੀਂ ਹੈਗੇ ਆ ਪੂਰੇ ਆਪਣੇ ਦਿਨ ਜਮਾਨ ਦੇ ਨਾਲ। Not to cry for it. ਉਹਦੇ ਵਾਸਤੇ ਕਰਾਂਦੇ ਵੀ ਨਹੀਂ ਹੈਗੇ। This is the sad state of today's Christianity. ਇਹ ਦੁਖਦ ਹਾਲ ਹੈਗਾ ਅੱਜ ਦੇ ਮਸੀਹਤ ਦਾ। We come to Sunday services. ਅਸੀਂ ਜਿਹੜਾ ਹੈਗਾ ਰਵੀਵਾਰ ਨੂੰ ਆਉਂਦੇ ਹੈਗੇ ਆ। The worship team says, oh, the presence of God is with us. ਆਰਾਧਨਾ ਕਰਨ ਵਾਲੇ ਜਿਹੜੇ ਹੈਗੇ ਗਾਣ ਵਾਲੇ ਕਹਿੰਦੇ ਹੈ ਕਿ ਪਰਮੇਸ਼ਵਰ ਦੀ ਮੌਜੂਦਗੀ ਸਾਡੇ ਨਾਲ ਹੈ। The pastor says, presence of God with us. ਪਾਦਰੀ ਵੀ ਕਹਿੰਦੇ ਹੈਗੇ ਕਿ ਪਰਮੇਸ਼ਵਰ ਦੀ ਮੌਜੂਦਗੀ ਸਾਡੇ ਨਾਲ ਹੈ। We know that. ਸਾਨੂੰ ਪਤਾ ਹੈਗਾ। But do you individually interact with the presence of God? ਕਿ ਅਸੀਂ ਜਿਹੜਾ ਹੈਗਾ ਵਿਅਕਤੀਗਤ ਰੂਪ ਦੇ ਅੰਦਰ ਜਿਹੜਾ ਹੈਗਾ ਉਹਨਾਂ ਦੀ ਮੌਜੂਦਗੀ ਨਾਲ ਜਿਹੜਾ ਹੈਗਾ ਇੰਟਰੈਕਟ ਕਰਨੇ ਹੈਗੇ ਜਾਂ ਨਹੀਂ। That, my dear brother and sister, only you can answer that. ਇਹਦਾ ਜਿਹੜਾ ਹੈਗਾ ਉੱਤਰ ਸਿਰਫ ਤੁਸੀਂ ਦੇ ਸਕਦੇ ਹੈਗੇ ਹੋ। The presence of God needs to have an interaction all the days of your life. Then Sunday will become meaningful. ਤੁਹਾਡੇ ਜੀਵਨ ਦੇ ਹਰ ਦਿਨ ਦੇ ਅੰਦਰ ਜਿਹੜਾ ਹੈਗਾ ਇੰਟਰੈਕਸ਼ਨ ਜ਼ਰੂਰੀ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਦੇ ਨਾਲ, ਤਾਂ ਜਿਹੜਾ ਹੈਗਾ ਰਵੀਵਾਰ ਜਿਹੜਾ ਹੈਗਾ ਉਹਦਾ ਮਤਲਬ ਜ਼ਿਆਦਾ ਬਣੇਗਾ। You see Genesis 3:8. Let's see this scenario. ਅਸੀਂ ਜਿਹੜਾ ਹੈਗਾ ਉਤਪਤੀ 3:8 ਚ ਦੇਖਣੇ ਗਿਆ। And they heard the voice of the Lord God walking in the garden in the cool of the day, and Adam and his wife hid themselves from the presence of the Lord God amongst the trees of the garden. और उन्होंने दिन की शीतलता में बगीचे में चलते हुए यहोवा परमेश्वर की आवाज़ सुनी, और आदम और उसकी पत्नी ने बगीचे के पेड़ों के बीच यहोवा परमेश्वर की उपस्थिति को खुद को छिपा लिया। You see, when they sinned, they hid from the presence of God. ਜਦੋਂ ਉਹਨਾਂ ਨੇ ਪਾਪ ਕੀਤਾ ਤੇ ਪਰਮੇਸ਼ਵਰ ਦੀ ਅਨੁਪਸਥਿਤੀ ਤੋਂ ਜਿਹੜਾ ਹੈਗਾ ਹਟਾ ਲਿੱਤਾ ਆਪਣੇ ਆਪ ਨੂੰ। The thing is, God was present where Adam and Eve were hiding already. You know that. You can't go to any place without God being there. ਆਦਮ ਔਰ ਈਵ ਜਿਹੜਾ ਹਵਾ ਨੇ ਜਿਹੜਾ ਜਿੱਥੇ ਆਪਣੇ ਆਪ ਨੂੰ ਛੁਪਾਇਆ ਸੀ ਉੱਥੇ ਵੀ ਮੌਜੂਦਗੀ ਹੈਗੀ ਸੀ ਪਰਮੇਸ਼ਵਰ ਦੀ। Their hiding was not in that sense. Their hiding was they stopped interacting with God. ਉਹਨਾਂ ਦਾ ਛੁਪਣਾ ਇਹ ਨਹੀਂ ਹੈਗਾ ਸੀ ਕਿ ਪਰਮੇਸ਼ਵਰ ਕੋਲੋਂ ਜਿਹੜਾ ਹੈਗਾ ਛੁਪ ਗਏ, ਉਹਨਾਂ ਨੇ ਇੰਟਰੈਕਸ਼ਨ ਜਿਹੜਾ ਹੈਗਾ ਗੱਲਬਾਤ ਕਰਨੀ ਬੰਦ ਕਰਤੀ। They didn't want to talk to God. ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ ਸੀ They ਪਰਮੇਸ਼ਵਰ ਨਾਲ। didn't. Maybe God would have come and said, Adam, Eve, how's the day today? How did you name these animals? What's happening? What's going on in the Garden of Eden? They didn't want to talk to him. ਹੋ ਸਕਦਾ ਹੈ ਪਰਮੇਸ਼ਵਰ ਆ ਕੇ ਜਿਹੜਾ ਹੈਗਾ ਉਹਨਾਂ ਨਾਲ ਪੁੱਛਦੇ ਕਿ ਵੀ ਤੁਸੀਂ ਕੀ ਨਾਂ ਦਿੱਤਾ ਜਾਨਵਰਾਂ ਨੂੰ ਜਿਹੜਾ ਪੰਛੀਆਂ ਨੂੰ, ਤੇ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ ਸੀ। I don't know what you would have asked, but this is my imagination. ਮੈਨੂੰ ਨਹੀਂ ਪਤਾ ਕਿ ਪਰਮੇਸ਼ਵਰ ਆ ਕੇ ਕੀ ਸਵਾਲ ਜਵਾਬ ਕਰਦੇ, ਲੇਕਿਨ ਇਹ ਮੇਰੀ ਸੋਚ ਹੈ। Christians, we do this every day. ਮਸੀਹ ਲੋਕ ਅਸੀਂ ਰੋਜ਼ ਕਰਨੇ ਆ ਕੰਮ। We hide ourselves without interacting with Him. ਅਸੀਂ ਆਪਣੇ ਆਪ ਨੂੰ ਛੁਪਾ ਲੈਂਦੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਬਿਨਾ। We hardly speak to Him throughout the day. ਸਾਰਾ ਦਿਨ ਹੀ ਉਹਨਾਂ ਨਾਲ ਗੱਲ ਨਹੀਂ ਕਰਦੇ। We don't seek counsel from Him. ਅਸੀਂ ਉਹਨਾਂ ਕੋਲੋਂ ਸਮਝ ਬੂਝ ਨਹੀਂ ਮੰਗਦੇ। We don't pray. ਅਸੀਂ ਪ੍ਰਾਰਥਨਾ ਨਹੀਂ ਕਰਦੇ। We don't read God's word regularly. ਅਸੀਂ ਵਚਨ ਦਾ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਲਗਾਤਾਰ ਨਹੀਂ ਪੜ੍ਹਦੇ। Then comes Sunday.
ਫੇਰ ਜਿਹੜਾ ਹੈਗਾ ਰਵੀਵਾਰ ਆਉਂਦਾ ਹੈ, best behavior in front of Him. ਸਭ ਤੋਂ ਅੱਛਾ ਜਿਹੜਾ ਹੈਗਾ ਵਰਤਾਵ ਉਹਨਾਂ We ਦੇ sing ਸਾਹਮਣੇ, praises to God. ਪਰਮੇਸ਼ਵਰ ਦੀ ਮਹਿਮਾ ਗਾਉਂਦੇ ਆ, We pray and listen to God's word. ਪ੍ਰਾਰਥਨਾ ਕਰਨੇ ਆ ਔਰ ਪਰਮੇਸ਼ਵਰ ਦਾ ਵਚਨ ਸੁਣਨੇ ਆ। We behave like we have interaction with God. ਅਸੀਂ ਐਸਾ ਵਰਤਾਵ ਕਰਨੇ ਆ ਕਿ ਜਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਨੇ ਆ। Monday we are back to normal, ਸੋਮਵਾਰ ਨੂੰ ਫੇਰ ਦੁਬਾਰਾ ਉਹੀ ਚੀਜ਼ ਚਲਾ ਜਾਂਦੀ, ignoring Him, ਉਹਨਾਂ ਨੂੰ ਨਕਾਰ ਦੇਵੇ, ignoring His presence. ਉਹਨਾਂ ਦੀ ਮੌਜੂਦਗੀ ਨੂੰ ਵੀ ਨਕਾਰ ਦੇਵੇ। This is normal now. ਇਹ ਚੀਜ਼ ਜਿਹੜੀ ਹੈਗੀ ਨਾਰਮਲ ਹੋ ਗਈ ਹੈ, This is the danger. ਇਹ ਖਤਰਾ ਹੈ। We lose the beautiful fact of the fellowship of God. ਬਹੁਤ ਅੱਛੀ ਸੱਚਾਈ ਜਿਹੜੀ ਹੈਗੀ ਹੈ ਪਰਮੇਸ਼ਵਰ ਦੀ ਸਹਿਭਾਗਿਤਾ ਦੀ, ਉਹ ਅਸੀਂ ਗਵਾਚ ਦਿੰਦੇ ਹਾਂ। We slip out of His presence and we don't know that He was there. ਅਸੀਂ ਉਹਨਾਂ ਦੀ ਮੌਜੂਦਗੀ ਤੋਂ ਜਿਹੜਾ ਹੈਗਾ ਹਟ ਜਾਂਦੇ ਹੈਗੇ ਔਰ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਉਹ ਨਹੀਂ ਹੈਗੇ। My dear brothers and sisters, it's time to waken from this, time to put the force to this inertia to move it out like Newton's first law. ਕਿ ਭੈਣੋ ਭਰਾਵੋ, ਅਸੀਂ ਉਸ ਥਾਂ ਤੇ ਜਿੱਥੇ ਬੈਠੇ ਹੋਏ ਆਰਾਮ ਕਰਦੇ ਪਏ ਹਾਂ ਉੱਥੋਂ ਹਿੱਲਣਾ ਜ਼ਰੂਰੀ ਹੈਗਾ। So God's omnipotence is different from God's presence. God's presence is only when you interact and speak to Him and start to live a life that He is with you. ਉਹਨਾਂ ਦੀ ਮੌਜੂਦਗੀ ਤਦ ਹੈਗੀ ਹੈ ਜਦੋਂ ਤੁਸੀਂ ਉਹਨਾਂ ਨਾਲ ਜਿਹੜਾ ਹੈਗਾ ਗੱਲਬਾਤ ਕਰਦੇ ਹੈਗੇ ਹੋ ਔਰ ਆਪਣੇ ਜੀਵਨ ਨੂੰ ਜਿਹੜਾ ਹੈਗਾ ਉਹਨਾਂ ਦੇ ਅਨੁਸਾਰ ਚਲਾਉਂਦੇ ਹੈਗੇ ਹੋ। The second part is the actuality of the presence of God. ਦੂਜੀ ਚੀਜ਼ ਹੈਗੀ ਹੈ ਕਿ ਉਹਨਾਂ ਦੀ ਮੌਜੂਦਗੀ ਜਿਸ ਤਰ੍ਹਾਂ ਕਿਸ ਤਰ੍ਹਾਂ ਮਹਿਸੂਸ ਕੀਤੀ ਜਾਂਦੀ ਹੈ। You see, God told Moses, Exodus 33:14, and He said, "My presence shall go with thee, and I will give thee rest." निर्गमन 33:14 अंदर क्या है, उसने कहा मेरी उपस्थिति तेरे साथ रहेगी और मैं तुझे विश्राम दूंगा। Moses then told him, if your presence doesn't go with me, don't take us to this land. ਤੇ ਮੂਸਾ ਨੇ ਉੱਤਰ ਕੀਤਾ ਹੈ ਕਿ ਜੇ ਤੁਹਾਡੀ ਉਪਸਥਿਤੀ ਜਿਹੜੇ ਸਾਡੇ ਨਾਲ ਨਹੀਂ ਜਾਂਦੀ ਹੈਗੀ ਤੇ ਸਾਨੂੰ ਇਸ ਥਾਂ ਦੇ ਉੱਤੇ ਨਾ ਲੈ ਕੇ ਜਾਓ। God promised them that He'll take them to the promised land. ਪਰਮੇਸ਼ਵਰ ਨੇ ਜਿਹੜਾ ਹੈਗਾ ਇਹ ਪ੍ਰਤੀਗਿਆ ਕੀਤੀ ਸੀ ਕਿ ਕੀਤੀ ਹੋਈ ਥਾਂ ਦੇ ਉੱਤੇ ਲੈ ਕੇ ਜਾਣਗੇ ਉਹ। In fact, He said, I will take them on eagle's wings. ਉਹਨਾਂ ਨੇ ਕਿਹਾ ਸੀ ਕਿ ਮੈਂ ਜਿਹੜਾ ਹੈਗਾ ਤੁਹਾਨੂੰ ਚੀਲ ਦੇ ਪੰਖਾਂ ਦੇ ਉੱਤੇ ਲੈ ਕੇ ਜਾਵਾਂਗਾ। But like us, they were also stiff-necked people. ਸਾਡੇ ਵਕਨ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਹੱਡ ਹਰਾਮ ਲੋਕ ਹੈਗੇ ਸੀ। Exodus 33:3, it said, unto a land flowing with milk and honey, for I will not go up in the midst of thee, for thou art a stiff-necked people, lest I consume thee in the way. निर्गमन 33:3, दूध और मधु से बहते हुए देश में, क्योंकि मैं तेरे बीच में नहीं जाऊंगा, क्योंकि तुम कठोर लोग हो, कहीं ऐसा ना हो कि मैं मार्ग में तुम्हें भस्म कर दूं। The reality, the actuality of His presence is only realized in the interaction with God you have in your daily life. ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਰੋਜ਼ਮਰਰਾ 'ਚ ਜਿਹੜਾ ਹੈਗਾ ਇੰਟਰੈਕਟ ਕਰਦੇ ਹੋ, ਗੱਲਬਾਤ ਕਰਦੇ ਹੋ, ਤੇ ਸੱਚਾਈ ਜਿਹੜੀ ਹੈਗੀ ਉਹਨਾਂ ਦੀ ਮੌਜੂਦਗੀ ਦੀ ਤਦ ਤੁਹਾਡੇ ਉੱਤੇ ਆਂਦੀ ਹੈਗੀ ਹੈ। No interaction, no presence. ਕੋਈ ਗੱਲਬਾਤ ਨਹੀਂ ਤੇ ਕੋਈ ਮੌਜੂਦਗੀ ਨਹੀਂ। This Sunday system will never work if we don't have interaction with God the rest of the week. ਇਹ ਰਵੀਵਾਰ ਦਾ ਜਿਹੜਾ ਸਿਸਟਮ ਹੈਗਾ ਤਦ ਕੰਮ ਨਹੀਂ ਕਰੇਗਾ ਜਦ ਤੱਕ ਬਾਕੀ ਦੇ ਦਿਨਾਂ ਦੇ ਅੰਦਰ ਗੱਲਬਾਤ ਨਹੀਂ ਹੁੰਦੀ। You see, David had a real understanding of God's presence. ਦਾਊਦ ਦੀ ਜਿਹੜੇ ਹੈਗੇ ਪਰਮੇਸ਼ਵਰ ਦੀ ਮੌਜੂਦਗੀ ਦੀ ਸਮਝ ਉਹਨੂੰ ਬਹੁਤ ਅੱਛੀ ਸੀ। David said, God persistently has said in many Psalms that God, He is with the believer and you cannot escape His presence. ਉਹਨੇ ਜਿਹੜਾ ਹੈਗਾ ਭਜਨ ਸੰਹਿਤਾ ਦੇ ਅੰਦਰ ਹੈਗਾ ਬੜੀ ਜਗ੍ਹਾ ਕਿਹਾ ਹੈਗਾ ਕਿ ਉਹ ਵਿਸ਼ਵਾਸੀ ਦੇ ਨਾਲ ਹੈਗੇ ਨੇ ਪਰਮੇਸ਼ਵਰ ਔਰ ਉਹਨਾਂ ਦੀ ਮੌਜੂਦਗੀ ਤੋਂ ਤੁਸੀਂ ਨਹੀਂ ਰੁਕ ਸਕਦੇ। Psalm 139:7-10 he says, ਭਜਨ ਸੰਹਿਤਾ 139:7-10 ਲਿਖਿਆ ਹੈਗਾ, Whither shall I go from thy spirit, or whither shall I flee from thy presence? If I ascend up into heaven, thou art there. If I make my bed in hell, thou art there. If I take the wings of the morning and dwell in the uttermost parts of the sea, even there shall thy hand lead me, and thy right hand shall hold me. मैं तेरे आत्मा से भागकर किधर जाऊं, वा तेरे सामने से किधर भागूं? यदि मैं आकाश पर चढ़ूं तो तू वहाँ है, यदि मैं अपने बिछौने अधोलोक में बिछाऊं तो वहाँ भी तू है। यदि मैं भोर की किरणों पर चढ़कर समुद्र के पास जा बसूं तो वहाँ भी तू अपने हाथ से मेरी अगुवाई करेगा और अपने दाईं हाथ से मुझे पकड़े रखेगा। Contrast this to the testimony of this man. ਇਹਨੂੰ ਜਿਹੜਾ ਹੈਗਾ ਦੇਖੋ ਇਹਦੇ ਸਾਹਮਣੇ ਇਹ ਇਨਸਾਨ ਦੀ ਜਿਹੜੀ ਗਵਾਹੀ ਦੇ ਨਾਲ। Yuri Gagarin. How many of you have heard him? ਕਿੰਨੇ ਲੋਕੀ ਜਿਨ੍ਹਾਂ ਨੇ ਸੁਣਿਆ ਉਹਦੇ ਬਾਰੇ ਚ? He was the first man in space.
ਉਹ ਪਹਿਲਾ ਇਨਸਾਨ ਹੈਗਾ ਸੀ ਜਿਹੜਾ ਸਪੇਸ ਵਿੱਚ ਗਿਆ ਸੀ। So when he came back, what did he say? ਜਦ ਵਾਪਸ ਆਇਆ ਤਾਂ ਉਹਨੇ ਕੀ ਕਿਹਾ? Oh, I went into space and looked for God and did not find him. There is no God. ਉਹਨੇ ਕਿਹਾ ਕਿ ਮੈਂ ਸਪੇਸ ਦੇ ਅੰਦਰ ਜਾ ਕੇ ਲੱਭਿਆ ਮੈਂ ਪ੍ਰਭੂ ਨੂੰ, ਲੇਕਿਨ ਮੈਨੂੰ ਨਹੀਂ ਲੱਭਿਆ ਤੇ ਪ੍ਰਭੂ ਹੈ ਹੀ ਨਹੀਂ ਕੋਈ। It's like the ant going to the Himalayas and saying there is no Mount Everest. ਕਿ ਇਸ ਤਰ੍ਹਾਂ ਹੋਇਆ ਕਿ ਇੱਕ ਚੀਂਟੀ ਜਿਹੜੀ ਹੈਗੀ ਹੈ ਪਹਾੜ ਦੇ ਉੱਤੇ, ਪਰਬਤ ਦੇ ਉੱਤੇ ਜਾਂਦੀ ਹੈ ਔਰ ਕਹਿੰਦੀ ਹੈ ਕਿ ਮਾਊਂਟ ਐਵਰੈਸਟ ਹੈ ਹੀ ਨਹੀਂ। You know, asking Christ to come into your heart is more than an event. ਪ੍ਰਭੂ ਯਿਸੂ ਨੂੰ ਆਮੰਤਰਣ ਦੇਣਾ, ਆਪਣੇ ਦਿਲ ਵਿੱਚ ਆਉਣਾ ਜਿਹੜਾ ਹੈਗਾ ਇੱਕ ਇਵੈਂਟ ਹੀ ਨਹੀਂ ਹੈਗਾ ਇਹ। It is a habit. You have to keep acting, react. You know, you invite him home and don't talk to him is not a good. You're not a good host. ਜੇ ਤੁਸੀਂ ਉਹਨਾਂ ਨੂੰ ਆਮੰਤਰਣ ਦੇ ਕੇ ਜਿਹੜਾ ਹੈਗਾ ਉਹਨਾਂ ਨਾਲ ਗੱਲਬਾਤ ਨਾ ਕਰੋ ਤੇ ਤੁਸੀਂ ਅੱਛੇ ਜਿਹੜਾ ਹੈਗਾ ਹੋਸਟ ਨਹੀਂ ਹੈਗੇ। You have to start a systematic method by yourself to have this conversation, this interaction with God. ਤੁਹਾਨੂੰ ਜਿਹੜਾ ਹੈਗਾ ਨਿੱਜੀ ਰੂਪ ਵਿੱਚ ਜਿਹੜਾ ਹੈਗਾ ਇਹ ਚੀਜ਼ ਕਰਨੀ ਹੈਗੀ ਹੈ ਪਿੱਛੇ ਲੱਗ ਕੇ ਕਿ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। You will fail many times, ਕਈ ਵਾਰ ਜਿਹੜਾ ਹੈਗਾ ਫੇਲ ਕਰੋਗੇ, but you have to keep at it. ਲੇਕਿਨ ਤੁਹਾਨੂੰ ਲੱਗੇ ਰਹਿਣਾ। Bible reading and prayer could be easily linked. ਬਾਈਬਲ ਰੀਡਿੰਗ ਔਰ ਪ੍ਰਾਰਥਨਾ ਜਿਹੜੀ ਹੈਗੀ ਹੈ ਤੁਸੀਂ ਇੱਕ ਦੂਜੇ ਇਕੱਠੇ ਕਰ ਸਕਦੇ ਹੋ। I said interaction is the realization of the presence of God. ਜਿਹੜਾ ਇੰਟਰੈਕਸ਼ਨ ਹੈ ਉਹਦੇ ਨਾਲ ਪਰਮੇਸ਼ਵਰ ਦੀ ਮੌਜੂਦਗੀ ਜਿਹੜੀ ਹੈਗੀ ਹੈ ਸੱਚਾਈ 'ਚ ਬਦਲਦੀ ਹੈ। You put a rule, whenever I use interact, I think, have I interacted with God? ਇੱਕ ਜਿਹੜਾ ਹੈਗਾ ਤੁਸੀਂ ਆਪਣਾ ਸਿਧਾਂਤ ਬਣਾ ਲਓ ਕਿ ਜੇ ਹਾਂ ਵੀ ਮੈਂ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਇੰਟਰੈਕਟ ਕੀਤਾ ਜਾਂ ਨਹੀਂ ਕੀਤਾ। How many of you don't use interact? There is no excuse. You interact, I think, oh, did I interact with God or not? Fix your life. ਤੁਸੀਂ ਇੰਟਰੈਕਟ ਕਰੋ ਔਰ ਸੋਚੋ ਕਿ ਪਰਮੇਸ਼ਵਰ ਨਾਲ ਕੀਤਾ ਹੈਗਾ ਨਹੀਂ ਕੀਤਾ ਤੇ ਉਹਨੂੰ ਜੀਵਨ ਨੂੰ ਸੁਧਾਰੋ। You may not realize it. Bible is the only book, when you read it, the author is present. ਬਾਈਬਲ ਇੱਕ ਇਕਲੌਤੀ ਕਿਤਾਬ ਹੈਗੀ ਹੈ, ਜਦੋਂ ਤੁਸੀਂ ਉਹਨੂੰ ਪੜ੍ਹਦੇ ਹੈਗੇ ਹੋ ਤੇ ਉਹਦਾ ਲੇਖਕ ਜਿਹੜਾ ਤੁਹਾਡੇ ਨਾਲ ਹੈ। This makes prayer more meaningful. ਇਹਦੇ ਨਾਲ ਪ੍ਰਾਰਥਨਾ ਜਿਹੜਾ ਹੈਗਾ ਉਹਦਾ ਹੋਰ ਜ਼ਿਆਦਾ ਜਿਹੜਾ ਹੈਗਾ ਮਤਲਬ ਬਣ ਜਾਂਦਾ। Bible reading more meaningful. ਔਰ ਬਾਈਬਲ ਨੂੰ ਪੜ੍ਹਨਾ ਵੀ ਜਿਹੜਾ ਹੈਗਾ ਜ਼ਿਆਦਾ ਮਤਲਬ ਬਣ ਜਾਂਦਾ। When the person you love, you know, I can stay in the same room as my wife and read something else, but I can always be conscious of her when I'm reading. ਮੈਂ ਆਪਣੀ ਪਤਨੀ ਦੇ ਨਾਲ ਇੱਕ ਕਮਰੇ 'ਚ ਹੈਗਾ, ਪੜ੍ਹਦਾ ਪਿਆ ਹੈਗਾ, ਲੇਕਿਨ ਮੈਨੂੰ ਧਿਆਨ ਰਹਿੰਦਾ ਕਿ ਹਾਂ ਵੀ ਉਹ ਵੀ ਕਮਰੇ 'ਚ ਹੈਗੀ ਹੈ। The presence of my wife adds to the joy of living in that room. ਕਿ ਮੇਰੀ ਪਤਨੀ ਦੀ ਮੌਜੂਦਗੀ ਹੋਣਾ ਜਿਹੜਾ ਹੈਗਾ ਹਰਸ਼ ਵਧਾ ਦਿੰਦੀ ਹੈਗੀ ਹੈ ਉਸ ਕਮਰੇ 'ਚ ਰਹਿਣ ਵਾਸਤੇ। That is how it is with God. ਇਸ ਤਰ੍ਹਾਂ ਹੈਗਾ ਪਰਮੇਸ਼ਵਰ ਦੇ ਨਾਲ। You know, a boy and a girl meet before their marriage. ਇੱਕ ਮੁੰਡਾ ਕੁੜੀ ਜਿਹੜਾ ਹੈਗਾ ਵਿਆਹ ਤੋਂ ਪਹਿਲਾਂ ਮਿਲਦੇ। I'm not talking about today's dating, the old time dating I'm talking about. ਮੈਂ ਹੁਣ ਦੀ ਡੇਟਿੰਗ ਦੇ ਬਾਰੇ 'ਚ ਗੱਲ ਨਹੀਂ ਕਰ ਰਿਹਾ ਹੈਗਾ, ਮੈਂ ਪੁਰਾਣੇ ਜ਼ਮਾਨੇ ਦੇ ਅੰਦਰ ਜੋ ਡੇਟਿੰਗ ਹੁੰਦੀ ਸੀ ਉਹਦੀ ਗੱਲ ਕਰ ਰਿਹਾ। They'll talk to each other. ਉਹ ਇੱਕ ਦੂਜੇ ਨਾਲ ਗੱਲ ਕਰਨਗੇ, They'll meet each other. ਮਿਲਣਗੇ। You see the shyness and the unfamiliarity. All these things are lost these days, but I'm talking about the little older times. ਕਿ ਥੋੜਾ ਜੀ ਅੱਖਾਂ ਦੇ ਅੰਦਰ ਸ਼ਰਮ ਹੁੰਦੀ ਹੈਗੀ ਸੀ, ਅੱਜ ਕੱਲ੍ਹ ਤੇ ਖੈਰ ਉਹ ਵੀ ਨਹੀਂ ਰਹਿ ਗਈ। Long time ago, you can say. ਬੜੀ ਦੇਰ ਪਹਿਲਾਂ ਹੁੰਦਾ ਸੀ ਇਹ। You know, you finally decide, they decide to get married. ਅੰਤ 'ਚ ਜਿਹੜਾ ਹੈਗਾ ਉਹ ਨਿਰਣੇ ਲੈ ਲੈਂਦੇ ਹੈਗੇ ਹਾਂ ਵੀ ਚਲੋ ਅਸੀਂ ਵਿਆਹ ਕਰਨਾ। When they get married, then many things start to take their attention. ਜਦੋਂ ਵਿਆਹ ਹੁੰਦਾ ਹੈਗਾ ਤਾਂ ਉਹਨਾਂ ਦਾ ਧਿਆਨ ਬੜੀ ਜਗ੍ਹਾ ਵੱਟਦਾ ਹੈਗਾ। You are no longer able to give the 100% attention what you were giving before marriage. ਜਿਹੜਾ ਤੁਸੀਂ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ 100% ਜਿਹੜਾ ਹੈਗਾ ਧਿਆਨ ਤੁਹਾਡਾ ਉਹਨਾਂ ਤੇ ਹੀ ਹੈਗਾ ਸੀ, ਉਹ ਤੁਸੀਂ ਪੂਰਾ ਦੇ ਨਹੀਂ ਪਾਉਂਦੇ। Many things demand your attention. ਕਈ ਚੀਜ਼ਾਂ ਹੈਗੀਆਂ ਜੋ ਤੁਹਾਨੂੰ ਬੁਲਾਉਂਦੀਆਂ ਹੈਗੀਆਂ ਆਪਣੇ ਕੋਲ। The number one battle in a marriage is to keep giving your spouse the highest percentage of your presence. ਵਿਆਹ ਦੇ ਅੰਦਰ ਜਿਹੜਾ ਹੈਗਾ ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਕਿ ਤੁਸੀਂ ਆਪਣੇ ਪਤੀ ਜਾਂ ਆਪਣੇ ਪਤਨੀ ਨੂੰ ਸਭ ਤੋਂ ਜ਼ਿਆਦਾ ਪ੍ਰਤੀਸ਼ਤ ਜਿਹੜਾ ਹੈਗਾ ਅਹਿਮੀਅਤ ਦਿਵੋ ਤੁਸੀਂ ਆਪਣੇ ਜੀਵਨ 'ਚ। When this becomes minimum, ਜਦੋਂ ਇਹ ਚੀਜ਼ ਘਟਦੀ ਜਾਂਦੀ ਹੈ, your relationship has slipped into something called a lifeless marriage. ਤੁਹਾਡਾ ਜੀਵਨ ਜਿਹੜਾ ਹੈਗਾ ਇਸ ਤਰ੍ਹਾਂ ਦੀ ਥਾਂ ਤੇ ਪਹੁੰਚ ਗਿਆ ਜਿਹਦੇ 'ਚ ਕਿਹਾ ਗਿਆ ਵੀ ਇਹ ਤੇ ਮੁਰਦਾ ਜਾਂ ਮਰੀ ਹੋਈ ਚੀਜ਼ ਹੈਗੀ ਹੈ। You are married in name but not in the experience of it. ਨਾਂ ਵਿੱਚ ਜਿਹੜਾ ਹੈਗਾ ਤੁਸੀਂ ਵਿਆਹੇ ਹੈਗੇ ਹੋ ਲੇਕਿਨ ਜਿਹੜਾ ਹੈਗਾ ਐਕਸਪੀਰੀਅੰਸ ਵਿੱਚ ਨਹੀਂ। Similarly, the nominal Christian,
ਉਸੇ ਤਰ੍ਹਾਂ ਜਿਹੜਾ ਹੈਗਾ ਜਿਹੜਾ ਨੋਮੀਨਲ ਮਸੀਹੀ he or she says, I believe in Christ, ਉਹ ਕਹਿੰਦਾ ਤੇ ਹੈ ਕਿ ਮੈਂ ਵਿਸ਼ਵਾਸ ਕਰਨਾ ਪ੍ਰਭੂ 'ਚ, but they don't seek his guidance, they don't talk to him, they don't interact with him. ਉਹ ਜਿਹੜਾ ਹੈਗਾ ਉਹਨਾਂ ਦੀ ਸੰਮਤੀ ਨਹੀਂ ਮੰਗਦੇ ਹੈਗੇ, ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਹੈਗੇ, ਉਹਨਾਂ ਨਾਲ ਇੰਟਰੈਕਟ ਨਹੀਂ ਕਰਦੇ, They're not even aware he's with them. ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਹਾਂ ਪ੍ਰਭੂ ਨਾਲ ਹੈਗੇ ਉਹਦੇ। There are nominal parents too. Parenting also becomes lifeless. ਮਾਤਾ ਪਿਤਾ ਵੀ ਜਿਹੜੇ ਹੈਗੇ ਨੋਮੀਨਲ ਹੋ ਸਕਦੇ ਹੈਗੇ ਕਿ ਬਿਨਾਂ ਜੀਵਨ ਦੇ ਜਿਹੜਾ ਹੈਗਾ ਮਾਤਾ ਪਿਤਾ ਬਣੇ ਹੋਏ ਹਨ। They have label called parents because they have children. ਉਹਨਾਂ ਦਾ ਨਾਂ ਹੈਗਾ ਕਿ ਮਾਤਾ ਪਿਤਾ ਹੈਗੇ ਕਿਉਂਕਿ ਉਹਨਾਂ ਦੇ ਬੱਚੇ ਨੇ, But the demands are so much that they don't get time to spend time with the children. ਲੇਕਿਨ ਇੰਨੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਜੀਵਨ ਦੇ ਅੰਦਰ ਕਿ ਆਪਣੇ ਬੱਚਿਆਂ ਦੇ ਨਾਲ ਸਮੇਂ ਬਿਤਾਉਣ ਵਾਸਤੇ ਸਮੇਂ ਨਹੀਂ ਹੈਗਾ। You see, love demands fellowship and interaction and, fellowship with each other. ਕਿਸੇ ਦੇ ਨਾਲ ਤੁਸੀਂ ਜੇ ਪਿਆਰ ਕਰਦੇ ਹੈਗੇ ਹੋ ਤੇ ਉਹ ਮੰਗਦਾ ਹੈਗਾ ਕਿ ਤੁਸੀਂ ਉਹਨਾਂ ਦੇ ਨਾਲ ਸਹਿਭਾਗਿਤਾ ਕਰੋ। We need the presence of someone who says he loves us, and we need to glow in that love. We need to bask in that love. We need to enjoy that love. ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੈਗੇ ਤਾਂ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੀ ਮੌਜੂਦਗੀ ਤੁਹਾਡੇ ਨਾਲ ਹੋਵੇ ਔਰ ਤੁਸੀਂ ਹਰਸ਼ਿਤ ਹੋਵੋ ਉਸੇ ਉਹਨਾਂ ਦੇ ਪਿਆਰ ਦੇ ਅੰਦਰ। The Bible says God loved us. ਬਾਈਬਲ ਦੇ ਅੰਦਰ ਲਿਖਿਆ ਹੈਗਾ ਕਿ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ। You need to enjoy that love. ਤੁਹਾਨੂੰ ਜਿਹੜਾ ਹੈਗਾ ਇੰਜੋਏ ਕਰਨਾ ਹੈਗਾ ਉਸ ਪਿਆਰ ਨੂੰ। It is the same as your wife, your children, when they love you, you feel so good. ਇਸੇ ਤਰ੍ਹਾਂ ਹੈਗਾ ਜਦੋਂ ਤੁਹਾਡੇ ਪਤੀ ਪਤਨੀ ਜਾਂ ਬੱਚੇ ਜਿਹੜੇ ਤੁਹਾਨੂੰ ਪਿਆਰ ਕਰਦੇ ਹੈਗੇ ਤੁਹਾਨੂੰ ਅੱਛਾ ਲੱਗਦਾ ਹੈ। When your friends say, you feel the love, you feel the fellowship, you feel the friendship, man is made like that. ਦੋਸਤੀ ਵੀ ਜਿਹੜੀ ਹੈਗੀ ਹੈ ਤੁਸੀਂ ਜਿਹੜਾ ਮਹਿਸੂਸ ਕਰਦੇ ਹੈਗੇ ਉਹ ਇਨਸਾਨ ਇਸੇ ਤਰ੍ਹਾਂ ਬਣਿਆ ਹੈ। God made us, so he knows that we need that. ਪਰਮੇਸ਼ਵਰ ਸਾਨੂੰ ਜਿਹੜਾ ਹੈਗਾ ਰਚਿਆ ਹੈਗਾ ਤੇ ਉਹਨਾਂ ਨੂੰ ਪਤਾ ਕਿ ਸਾਨੂੰ ਇਹਦੀ ਜ਼ਰੂਰਤ ਹੈ। Here he is coming with that love. ਇੱਥੇ ਜਿਹੜਾ ਹੈਗਾ ਸਾਡੇ ਆਪਣਾ ਪਿਆਰ ਲਿਆ ਰਹੇ ਸਾਡੇ ਵਾਸਤੇ। We turn our backs to him. ਅਸੀਂ ਜਿਹੜੀ ਹੈ ਆਪਣੀ ਪਿੱਠ ਕਰ ਦਿੰਦੇ ਉਹਨਾਂ ਦੀ। There is no excuse for this, my dear brothers and sisters. ਇਹਦੇ ਵਾਸਤੇ ਜਿਹੜਾ ਕੋਈ ਐਕਸਕਿਊਜ਼ ਨਹੀਂ ਹੈਗਾ ਇਹੋ ਜਿਹੇ ਵਰਤਾਵ ਵਾਸਤੇ। We need to practice his presence. ਉਹਨਾਂ ਦੀ ਮੌਜੂਦਗੀ ਜਿਹੜੀ ਹੈਗੀ ਹੈ ਸਾਨੂੰ ਪ੍ਰੈਕਟਿਸ ਕਰਨੀ ਹੈਗੀ ਹੈ। We have to learn from this. We have to recognize from his creation how loving God he is. ਉਹਨਾਂ ਦੀ ਰਚਨਾ ਤੋਂ ਸਾਨੂੰ ਜਿਹੜਾ ਹੈਗਾ ਸਭ ਦੇਖਣਾ ਹੈਗਾ ਕਿ ਪਰਮੇਸ਼ਵਰ ਕਿੰਨੇ ਪਿਆਰ ਕਰਨ ਵਾਲੇ ਹੈਗੇ। If I was to ask you this, ਜੇ ਮੈਂ ਸਵਾਲ ਪੁੱਛਾਂ, start praising God. I want to see how long you can praise God. ਕਿ ਤੁਸੀਂ ਪ੍ਰਸ਼ੰਸਾ ਕਰਨੀ ਸ਼ੁਰੂ ਕਰੋ ਪਰਮੇਸ਼ਵਰ ਦੀ ਤੇ ਮੈਂ ਦੇਖਣਾ ਚਾਹੁੰਦਾ ਕਿੰਨੀ ਦੇਰ ਤੱਕ ਕਰ ਸਕਦੇ ਹੋ। How many of you can do for 1 hour? ਕਿੰਨੇ ਹੈਗੇ ਜਿਹਨੇ ਘੰਟਾ ਕਰ ਸਕਦੇ ਹੈਗੇ? 2 hours, 3 hours, 4 hours. The Bible has 66 books, and every book talks something wonderful about God. ਬਾਈਬਲ ਦੇ ਅੰਦਰ 66 ਕਿਤਾਬਾਂ ਹੈਗੀਆਂ ਔਰ ਹਰ ਕਿਤਾਬ ਦੇ ਅੰਦਰ ਕੁਝ ਨਾ ਕੁਝ ਬਖਾਨ ਕੀਤਾ ਗਿਆ ਹੈ ਪਰਮੇਸ਼ਵਰ ਦੀ ਅੱਛਾਈ ਦੇ ਬਾਰੇ ਚ। There's 1189 chapters. 1199 ਜਿਹੜੇ ਹੈਗੇ ਚੈਪਟਰ ਹੈਗੇ। Most of those chapters talk about God. ਜ਼ਿਆਦਾਤਰ ਉਹਨਾਂ ਅਧਿਆਇਆਂ ਦੇ ਅੰਦਰ ਪਰਮੇਸ਼ਵਰ ਦੇ ਬਾਰੇ ਚ ਕਿਹਾ ਗਿਆ ਹੈ। You see, we don't know God. That's where the problem is. ਅਸੀਂ ਪਰਮੇਸ਼ਵਰ ਨੂੰ ਜਾਣਦੇ ਨਹੀਂ ਹੈਗੇ ਆ, ਇਹੀ ਪ੍ਰੋਬਲਮ ਹੈ। We have not interacted with him. ਅਸੀਂ ਉਹਨਾਂ ਨਾਲ ਜਿਹੜਾ ਹੈਗਾ ਵਾਰਤਾਲਾਪ ਨਹੀਂ ਕੀਤਾ ਹੈਗਾ। But if I was to tell you, talk about your wife a bit. ਜੇ ਮੈਂ ਕਹਾਂ ਤੇ ਆਪਣੀ ਪਤਨੀ ਦੇ ਬਾਰੇ ਕਹੋ ਤੁਸੀਂ, or we say talk about your children. ਜਾਂ ਆਪਣੇ ਬੱਚਿਆਂ ਦੇ ਬਾਰੇ ਕਹੋ। I have seen videos, I have seen people talk about their children. Oh, my son is so good, he has done this degree, that degree. They keep on talking about the sons or daughters' achievements. ਕਈ ਮੈਂ ਵੀਡੀਓ ਦੇਖੇ ਕਿ ਜੇ ਆਪਣੇ ਮਾਤਾ ਪਿਤਾ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਬਾਰੇ ਚ ਕਹਿੰਦੇ ਕਿ ਉਹਨਾਂ ਨੇ ਇਹ ਕੀਤਾ ਬੜੀ ਦੇਰ ਤੱਕ ਗੱਲ ਕਰਦੇ ਨੇ। If they are married, they will talk about the grandchildren, they will talk about this thing, their relatives. They can talk for hours. ਜੇ ਉਹਨਾਂ ਦੇ ਜਿਹੜੇ ਹੈਗੇ ਦੋਤੇ ਪੋਤੇ ਹੈਗੇ ਨੇ ਤੇ ਉਹਨਾਂ ਦੇ ਬਾਰੇ ਚ ਗੱਲ ਕਰਨਾ ਸ਼ੁਰੂ ਕਰਦੇ ਕਿ ਕਈ ਘੰਟੇ ਜਿਹੜਾ ਬੋਲ ਸਕਦੇ। But when I ask, can you talk about God? ਜਦੋਂ ਮੈਂ ਪੁੱਛਣਾ ਹੈਗਾ ਕਿ ਤੁਸੀਂ ਪਰਮੇਸ਼ਵਰ ਦੇ ਬਾਰੇ ਗੱਲ ਕਰ ਸਕਦੇ ਹੋ, we can't talk more than a few minutes. ਅਸੀਂ ਥੋੜੀ ਮਿੰਟ ਤੋਂ ਜ਼ਿਆਦਾ ਨਹੀਂ ਗੱਲ ਕਰ ਸਕਦੇ। I'm not talking about singing worship songs. I'm not talking about that. ਮੈਂ ਆਰਾਧਨਾ ਕਰਨ ਵਾਲੇ ਗਾਣੇ ਨਹੀਂ ਗਾਣ ਦੀ ਗੱਲ ਕਰ ਰਿਹਾ। There's nothing, I'm not against it. ਮੈਂ ਉਹਦੇ ਵਿਰੁੱਧ ਨਹੀਂ। I'm talking about what you know about God, speak it. ਮੈਂ ਕਹਿੰਦਾ ਕਿ ਜੋ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਣਦੇ ਹੈਗੇ ਉਹਨੂੰ ਬੋਲੋ। Romans 1:20, Paul says, ਰੋਮੀਓ 1:20 ਚ ਲਿਖਿਆ ਹੈਗਾ, for the invisible things of him from the creation of the world are clearly seen, being understood by the things that are made, even his eternal power and Godhead, so that they are without excuse. क्योंकि संसार की सृष्टि से उसकी अदृश्य बातें स्पष्ट रूप से देखी जाती हैं,
जो कुछ बनाई गई हैं, यहाँ तक कि उनकी अनंत शक्ति और ईश्वरत्व से भी समझी जा रही हैं, ताकि वे बिना किसी बहाने के हों। We are without excuse. ਸਾਡੇ 'ਚ ਕੋਈ ਬਹਾਨਾ ਨਹੀਂ ਹੈਗਾ। We miss His presence because we do not pursue it. ਅਸੀਂ ਉਹਨਾਂ ਦੀ ਮੌਜੂਦਗੀ ਜਿਹੜਾ ਹੈਗਾ ਗਵਾਚ ਦਿੰਦੇ ਹੈਗੇ ਆ, ਕਿਉਂਕਿ ਅਸੀਂ ਪਿੱਛੇ ਲੱਭਦੇ ਨਹੀਂ ਪਿੱਛੇ। Look at creation. ਸ੍ਰਿਸ਼ਟੀ ਦੇਖੋ, Look at the grass. ਘਾਹ ਦੇਖੋ, Look at the birds. ਪੰਛੀ ਦੇਖੋ, Look at your friends. ਦੋਸਤਾਂ ਨੂੰ ਦੇਖੋ, Look at your colleagues. ਆਪਣੇ ਕੰਮ ਕਰਨ ਵਾਲੇ ਨੂੰ ਦੇਖੋ ਨਾਲ। You will find 100 things to thank God. ਪਰਮੇਸ਼ਵਰ ਨੂੰ 100 ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਸ਼ੁਕਰਾ ਕਰਨ ਵਾਸਤੇ। 100 things about how God is working. 100 ਚੀਜ਼ਾਂ ਜਿਸ ਤਰ੍ਹਾਂ ਪਰਮੇਸ਼ਵਰ ਕੰਮ ਕਰਦੇ ਪਏ। A.W. Tozer wrote like this. A.W. ਟੋਜ਼ਰ ਨੇ ਇਸ ਤਰ੍ਹਾਂ ਲਿਖਿਆ, God is indeed there. ਪਰਮੇਸ਼ਵਰ ਹੈਗੇ ਨੇ ਉਸ ਥਾਂ 'ਚ, He is there. He is here. ਉਹ ਇੱਧਰ ਵੀ ਹੈਗੇ ਉੱਧਰ ਵੀ ਹੈਗੇ, And is everywhere. ਸਭ ਜਗ੍ਹਾ ਹੈਗੇ। He is free in the universe. ਸਭ ਪੂਰੇ ਦ੍ਰਿਸ਼ਟਾਂਤ 'ਚ ਹੈਗੇ, ਸਭ ਜਗ੍ਹਾ, Near to everything. ਹਰ ਇੱਕ ਚੀਜ਼ ਦੇ ਨਿਕਟ ਹੈਗੇ, Near to everyone. ਹਰ ਇੱਕ ਇਨਸਾਨ ਦੇ ਨਿਕਟ ਹੈਗੇ, And through Jesus Christ, immediately accessible to every heart. ਔਰ ਪ੍ਰਭੂ ਯਿਸੂ ਦੇ ਦੁਆਰਾ ਜਿਹੜਾ ਹੈਗਾ ਹਰ ਦਿਲ ਦੇ ਨਿਕਟ ਹੈਗੇ ਆ। You see, the truth is this, that the convinced Christian is not making use of this fellowship that God offers. ਇਹ ਇੱਕ ਦੁਖਦ ਚੀਜ਼ ਹੈਗੀ ਹੈ ਕਿ ਸਹਿਭਾਗਿਤਾ ਜਿਹੜੀ ਮਿਲ ਸਕਦੀ ਹੈਗੀ ਹੈ ਪ੍ਰਭੂ ਦੇ ਨਾਲ, ਉਹਨੂੰ ਨਹੀਂ ਲੱਭਦੇ ਮਸੀਹੀ ਲੋਕ। The fact of the actuality of God's presence is there. Faith is the evidence of things not seen and substance of things hoped for. ਪਰਮੇਸ਼ਵਰ ਤੇ ਹੈਗੇ ਨੇ, ਸੱਚਾਈ ਇਹ ਹੈਗੀ ਹੈ ਕਿ ਉਹ ਹੈਗੇ ਨੇ, ਔਰ ਵਿਸ਼ਵਾਸ ਇਹ ਹੈਗਾ ਕਿ ਉਹ ਚੀਜ਼ ਹੈਗੀ ਹੈ ਕਿ ਵੀ ਤੁਹਾਨੂੰ ਭਰੋਸਾ ਹੈਗਾ ਕਿ ਉਹ ਚੀਜ਼ ਜਿਹੜੀ ਦਿਖਾਈ ਨਹੀਂ ਦਿੰਦੀ ਤੁਹਾਨੂੰ ਮਿਲੇਗੀ। You sit on your sofa and start talking to God. ਆਪਣੇ ਸੋਫੇ ਤੇ ਬਹਿ ਕੇ ਪਰਮੇਸ਼ਵਰ ਨਾਲ ਗੱਲ ਕਰਨੀ ਸ਼ੁਰੂ ਕਰ ਦਿਓ। If people think you are mad, don't worry about it. ਜੇ ਲੋਕੀ ਸੋਚਦੇ ਕਿ ਤੁਸੀਂ ਸਮਝ ਬੂਝ ਨਹੀਂ ਹੈਗੀ ਤੁਹਾਡੇ ਅੰਦਰ, ਤਾਂ ਕੁਝ ਫਰਕ ਨਹੀਂ ਪੈਂਦਾ। God never called us for popularity contest. ਪਰਮੇਸ਼ਵਰ ਨੇ ਸਾਨੂੰ ਜਿਹੜਾ ਹੈਗਾ ਮਸ਼ਹੂਰ ਹੋਣ ਵਾਸਤੇ ਨਹੀਂ ਬੁਲਾਇਆ। Faith is the evidence of things not seen. ਵਿਸ਼ਵਾਸ ਜਿਹੜਾ ਹੈਗਾ ਗਵਾਹੀ ਹੈਗੀ ਹੈ ਕਿ ਵੀ ਤੁਹਾਨੂੰ ਜਿਹੜੀ ਚੀਜ਼ ਦਿਖਦੀ ਨਹੀਂ ਉਹ ਤੁਹਾਨੂੰ ਮੰਨ ਦੇਗੇ। You have to do this to get the reality of His presence. ਇਹ ਚੀਜ਼ ਕਰਨੀ ਜ਼ਰੂਰੀ ਹੈਗੀ ਕਿ ਤੁਹਾਨੂੰ ਜਿਹੜਾ ਹੈਗਾ ਉਹਨਾਂ ਦੀ ਮੌਜੂਦਗੀ ਮਹਿਸੂਸ ਹੋਵੇ। The third brings me to the third point, the reality of the presence of God. ਤੀਜੀ ਚੀਜ਼ ਹੈਗੀ ਹੈ ਸੱਚਾਈ ਪਰਮੇਸ਼ਵਰ ਦੀ ਮੌਜੂਦਗੀ ਦੀ। I want to show you something incredible about God's presence. ਮੈਂ ਇੱਕ ਬਹੁਤ ਵਧੀਆ ਚੀਜ਼ ਦਿਖਾਣਾ ਚਾਹੁੰਦਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਦੇ There's ਬਾਰੇ। lots of things in scripture. I chose a few. ਵਚਨ ਦੇ ਅੰਦਰ ਬਹੁਤ ਚੀਜ਼ਾਂ ਹੈਗੀਆਂ, ਮੈਂ ਕੁਝ ਚੀਜ਼ ਚੁਣੀਆਂ ਹੈਗੀਆਂ। In 1 Kings 19 we see the reality of God's presence. ਪਹਿਲੇ ਰਾਜਾ 19 ਦੇ ਅੰਦਰ ਜਿਹੜਾ ਹੈਗਾ ਅਸੀਂ ਪਰਮੇਸ਼ਵਰ ਦੀ ਮੌਜੂਦਗੀ ਦੀ ਸੱਚਾਈ ਦੇਖਨੇ ਆ। Elijah is depressed and he's gone 40 days 40 nights to meet God. ਐਲਾਈਜਾ ਜਿਹੜਾ ਹੈਗਾ ਦੁੱਖ ਵਿੱਚ ਹੈਗਾ ਔਰ 40 ਦਿਨ 40 ਰਾਤ ਜਿਹੜਾ ਹੈਗਾ ਗਿਆ ਹੈਗਾ ਪਰਮੇਸ਼ਵਰ ਨੂੰ ਮਿਲਣ ਵਾਸਤੇ। Hundreds of kilometers on mountainous terrain he has walked. ਕਈ 100 ਕਿਲੋਮੀਟਰ ਜਿਹੜਾ ਹੈਗਾ ਜਿੱਥੇ ਪਰਬਤ ਵੀ ਬੜੇ ਹੈਗੇ ਸੀ ਉਹ ਚੱਲ ਕੇ ਗਿਆ। He went to Mount Sinai. It's usually called Mount Horeb and Mount Sinai are interchangeably used. ਉਹ ਜਿਹੜਾ ਹੈਗਾ ਮਾਊਂਟ ਸਾਇਨਾ ਜਾਂ ਮਾਊਂਟ ਹੋਰਬ ਦੋਨਾਂ ਇੱਕੋ ਪਰਬਤ ਦੇ ਨਾਂ ਹੈਗੇ, ਉੱਥੇ ਜਾਂਦਾ ਹੈ। For today he went from Israel to Saudi Arabia. ਇਸ ਤਰ੍ਹਾਂ ਅੱਜ ਦੀ ਤਰੀਕ ਦੇ ਅੰਦਰ ਸੋਚ ਲਓ ਕਿ ਇਜ਼ਰਾਈਲ ਤੋਂ ਜਿਹੜਾ ਸਾਊਦੀ ਅਰੇਬੀਆ ਚਲਾ ਗਿਆ ਉਹ। And then he is standing on top of the mountain. ਪਰਬਤ ਦੇ ਉੱਪਰ ਖੜਾ ਹੈ ਉਹ। See, God passes the mountain. ਪਰਮੇਸ਼ਵਰ ਜਿਹੜਾ ਹੈਗਾ ਉਸ ਪਰਬਤ ਤੋਂ ਨਿਕਟ ਤੋਂ ਨਿਕਲ ਕੇ ਜਾਂਦੇ। 1 Kings 19:11. ਪਹਿਲਾ ਰਾਜਾ 19:11। And he said, Go forth and stand upon the mount of the Lord. And behold, the Lord passed by, and a great strong wind rent the mountains, break in pieces the rocks before the Lord. But the Lord was not in the wind. And after the wind an earthquake, but the Lord was not in the earthquake. उसने कहा, निकलकर यहोवा के समूर्त पर्वत पर खड़ा हो, और यहोवा पास से होकर चला, और यहोवा ने सामने एक बड़ी प्रचंड आंधी से पहाड़ फटने और चट्टानें टूटने लगीं, तो भी यहोवा उस आंधी में ना था। फिर आंधी के बाद भूई डोल हुआ, तो भी यहोवा उस भूई डोल में ना था। Can I tell you a secret? एक रहस्य दस सकना, Listen carefully to me. ध्यान नाल सुनो। It will never happen to Christians these days. मसीहां दे नाल कदी भी नहीं होंदा। Why? क्यों? Because we don't know God like how Elijah knew God. ਅਸੀਂ ਪਰਮੇਸ਼ਵਰ ਨੂੰ ਉਸ ਤਰ੍ਹਾਂ ਨਹੀਂ ਜਾਣਦੇ ਜਿਸ ਤਰ੍ਹਾਂ ਐਲਾਈਜਾ ਜਾਣਦਾ ਸੀ। When you know God like Elijah, when God comes, when you are there, this place will shake. ਐਲਾਈਜਾ ਦੇ ਵਕਤ ਜਦੋਂ ਤੁਸੀਂ ਜਾਓਗੇ, ਜੇ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ ਤਾਂ ਉਹ ਚੀਜ਼ਾਂ ਹਿਲ ਜਾਣਗੀਆਂ। The buildings will shake.
ਇਮਾਰਤਾਂ ਹਿਲ ਜਾਣਗੀਆਂ for the presence of God. ਪਰਮੇਸ਼ਵਰ ਦੀ ਮੌਜੂਦਗੀ ਵਾਸਤੇ। Now nothing happens ਕੁਝ ਵੀ ਨਹੀਂ ਹੁੰਦਾ because we don't know God like these people. ਅਸੀਂ ਜਿਸ ਤਰ੍ਹਾਂ ਇਹ ਲੋਕ ਜਾਣਦੇ ਹੈਗੇ ਸੀ ਪਰਮੇਸ਼ਵਰ ਨੂੰ, ਅਸੀਂ ਨਹੀਂ ਜਾਣਦੇ। You know, Psalm 68:8, the Bible says, ਭਜਨ ਸੰਹਿਤਾ 68:8 ਚ ਲਿਖਿਆ ਹੈ, the earth shook, the heavens also dropped at the presence of God. Even Sinai itself was moved at the presence of God, the God of Israel. तब पृथ्वी कांप उठी और आकाश भी परमेश्वर के सामने टपकने लगा। उधर सीने पर्वत परमेश्वर, हाँ, इज़राइल के परमेश्वर के सामने कांप उठा। Exodus 19:18 is where he is referring to. It says, the Mount Sinai was altogether on a smoke, because the Lord descended upon it in fire, and the smoke thereof ascended as smoke of a furnace, and the whole mount quaked greatly. निर्गमन 19:18 लिखा है, और यहोवा जो आग में होकर सीने पर्वत पर उतरा था, इस कारण समस्त पर्वत धुएं से भर गया, और उसका धुआं भट्टे का सा उठ रहा था, और समस्त पर्वत बहुत कांप रहा था। God, the world is looking for a demonstration of the presence of God. दुनिया ਜਿਹੜੀ ਹੈਗੀ ਲੱਭਦੀ ਪਈ ਹੈਗੀ ਹੈ ਕਿ ਕੋਈ ਦਿਖਾਵੇ ਉਹਨਾਂ ਨੂੰ ਪਰਮੇਸ਼ਵਰ ਦੀ ਮੌਜੂਦਗੀ। God is waiting. ਪਰਮੇਸ਼ਵਰ ਇੰਤਜ਼ਾਰ ਕਰ ਰਹੇ। Where is the God of Elijah? ਪਰਮੇਸ਼ਵਰ ਇਲਾਈਜਾ ਦਾ ਕਿੱਥੇ ਹੈ? He is waiting for Elijah to call him. ਉਹ ਇੰਤਜ਼ਾਰ ਕਰ ਰਹੇ ਕਿ ਇਲਾਈਜਾ ਆਵਾਜ਼ ਉਠਾਏ। It is time that when we are in the presence of people, when God comes there, the place should be shaken. ਇਹ ਉਹ ਸਮੇਂ ਆ ਗਿਆ ਹੈਗਾ ਕਿ ਜਦੋਂ ਪਰਮੇਸ਼ਵਰ ਦੇ ਜਨ ਜਿਹੜਾ ਹੈਗਾ ਕਿਸੇ ਥਾਂ ਤੇ ਜਾਣ ਤੇ ਪਰਮੇਸ਼ਵਰ ਉੱਥੇ ਆਣ। It happened with Jonathan. ਜੋਨਾਥਨ ਦੇ ਨਾਲ ਹੋਇਆ। He was in front of a big host of Philistines. ਬੜੇ ਫਿਲਿਸਤੀਨੀਆਂ ਦੇ ਸਾਹਮਣੇ ਹੈਗਾ ਸੀ ਉਹ। 1 Samuel 14:22. ਪਹਿਲਾ ਸ਼ਮੂਏਲ 14:22। And there was a trembling in the host, in the field and among the people, the garrison and the spoilers. They also trembled, and the earth quaked. It was a great trembling. और जितने इजरायली पुरुष एप्रेम के पहाड़ी देश में छिप गए थे, वे भी यह सुनकर कि फलिस्ती भागे जाते हैं, लड़ाई में आ उनका पीछा करने में लग गए। It was a great trembling. I think the translation is not. बहुत उत्थे जिहड़ा हैगा कंपी होई। The Philistine army melted away. फिलिस्तीनी जिहड़े लोग हैगे सिपाही हैगे सी, वो सारे नठ गए। Have you wondered why place don't shake when God comes? This is the reason. ਤੁਹਾਨੂੰ ਸਮਝ में ਆਂਦਾ ਹੈਗਾ ਕਿ ਵੀ ਜਦੋਂ ਪਰਮੇਸ਼ਵਰ ਆਂਦੇ ਤੇ ਉਹ ਜਗ੍ਹਾ ਜਿਹੜੀ ਕਿ ਥਰਥਰਾ ਕਿਉਂ ਨਹੀਂ ਉੱਠਦੀ? ਇਹ ਰੀਜ਼ਨ ਹੈਗਾ। Nahum 1:5. Nahum 1:5। The mountains quake at him, the hills melt, the earth is burned at his presence, yeah, the world and all that dwell therein. उसके स्पर्श से पहाड़ कांप उठते हैं और पहाड़ियाँ जल जाती हैं, उसके प्रताप के से पृथ्वी वर्ण सारा संसार अपने सब रहने वालों समस्त समेत थरथरा उठता है। We have to interact with God. ਸਾਨੂੰ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰਨੀ ਜ਼ਰੂਰੀ ਹੈਗੀ। We have to remove this curtain and reveal the presence of God to everyone. ਇਹ ਪਰਦੇ ਨੂੰ ਹਟਾ ਕੇ ਜਿਹੜਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਸਾਰਿਆਂ ਨੂੰ ਜਿਹੜਾ ਹੈਗਾ ਪ੍ਰਕਾਸ਼ਿਤ ਕਰਨੀ ਹੈ ਪੂਰੀ ਦੁਨੀਆ ਨੂੰ। John Knox, the Queen of Scotland, was scared of his prayer more than the armies of France. ਜਿਹੜੀ ਇੰਗਲੈਂਡ ਦੀ ਕੁਈਨ ਹੈਗੀ ਸੀ, ਉਹ ਜੌਨ ਨੌਕਸ ਤੋਂ ਜ਼ਿਆਦਾ ਥਰਥਰਾਂਦੀ ਹੈਗੀ ਸੀ ਬਨਸਪਤ ਕੇ ਬਾਕੀ ਸਾਰੇ ਲੋਕਾਂ ਦੀ ਜਿਹੜੀ ਹੈਗੀ ਹੈ ਸੈਨਾ ਤੋਂ। Where are the John Knox today? ਅੱਜ ਕੱਲ ਜੌਨ ਨੌਕਸ ਕਿੱਥੇ ਹੈਗੇ? ਅੱਜ Where are the Elijahs today? ਏਲਾਈਜਾ ਜਿਹੜੇ ਅੱਜ ਕੱਲ ਦੇ ਕਿੱਥੇ ਹੈਗੇ? God is waiting to demonstrate his power. ਪਰਮੇਸ਼ਵਰ ਜਿਹੜਾ ਹੈਗਾ ਆਪਣਾ ਪਰਾਕਰਮ ਦਿਖਾਉਣ ਨੂੰ ਤਿਆਰ ਹੈਗੇ। You see, Acts 3:19, it's one thing added in the New Testament. ਨਵੇਂ ਨਿਯਮ ਦੇ ਅੰਦਰ ਪ੍ਰੇਰਿਤਾਂ ਦੇ ਕੰਮ 3:19 ਚ ਇੱਕ ਚੀਜ਼ ਜਿਹੜੀ ਕਿ ਵਧਾਈ ਗਈ ਹੈ। Repent ye therefore and be converted, that your sins may be blotted out, when the times of refreshing shall come from the presence of the Lord. इसलिए मन फिराओ और लौट आओ कि तुम्हारे पाप मिटाए जाएं, जिससे प्रभु के सम्मुख से विश्रांति के दिन आएं। Repentance brings the presence of God. मन फिराना ਜਿਹੜਾ ਹੈਗਾ ਉਹਦੇ ਨਾਲ ਪਰਮੇਸ਼ਵਰ ਦੀ ਮੌਜੂਦਗੀ ਆਉਂਦੀ ਹੈ। These days the description of presence of God has been highly diluted. ਅੱਜ ਕੱਲ ਜਿਹੜਾ ਹੈਗਾ ਇਹ ਪਰਿਭਾਸ਼ਾ ਕਿ ਪਰਮੇਸ਼ਵਰ ਦੀ ਮੌਜੂਦਗੀ ਕੀ ਹੈਗੀ ਹੈ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ। Delegated to some physical feelings. ਉਹਨੂੰ ਦੱਸਿਆ ਗਿਆ ਕਿ ਹਾਂ ਵੀ ਸਰੀਰਕ ਰੂਪ ਦੇ ਅੰਦਰ ਕੋਈ ਚੀਜ਼ ਹੋਵੇ ਤਾਂ ਉਹ ਹੁੰਦੀ ਹੈ। Maybe tingling, oh I feel the tingling of God's presence, people say that. ਕਈ ਵਾਰ ਲੋਕੀ ਕਹਿੰਦੇ ਹੈਗੇ ਕਿ ਮੈਨੂੰ ਟਿੰਗਲਿੰਗ ਜਾਂ ਸੈਂਸੇਸ਼ਨ ਹੁੰਦੀ ਹੈਗੀ ਹੈ ਪਰਮੇਸ਼ਵਰ ਦੀ ਮੌਜੂਦਗੀ ਦੀ। People fall down. ਲੋਕੀ ਥੱਲੇ ਗਿਰ ਜਾਂਦੇ। They speak in tongues. ਅਨਿਆ ਭਾਸ਼ਾ ਦੇ ਨਾਲ ਗੱਲ ਕਰਦੇ। They see some cloud and they take pictures. ਕੋਈ ਜਿਹੜਾ ਹੈਗਾ ਬੱਦਲ ਦੇਖਦੇ ਔਰ ਉਹਦੀ ਫੋਟੋ ਲੈ ਲੈਂਦੇ।
You think you could do that in God's presence? ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਵਰ ਦੀ ਮੌਜੂਦਗੀ ਦੇ ਅੰਦਰ ਤੁਸੀਂ ਇਹ ਸਭ ਕਰ ਸਕਦੇ ਹੋ? What happens in God's presence? ਕੀ ਹੁੰਦਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਦੇ ਅੰਦਰ? Isaiah the heaven was opened and he was shown God's presence. ਅਜ਼ਾਇਆ ਜਿਹੜਾ ਹੈਗਾ ਸਵਰਗ ਨੂੰ ਖੋਲ ਕੇ ਜਿਹੜਾ ਹੈਗਾ ਦਰਸ਼ਨ ਦਿੱਤਾ ਗਿਆ ਪਰਮੇਸ਼ਵਰ ਦਾ। Conviction comes first. ਸਭ ਤੋਂ ਪਹਿਲਾਂ ਚੀਜ਼ ਜਿਹੜੀ ਹੈਗੀ ਤੁਹਾਡਾ ਦਿਲ ਝਕਝੋਰ ਜਾਂਦਾ ਹੈਗਾ। First there has to be repentance. ਸਭ ਤੋਂ ਪਹਿਲਾਂ ਜਿਹੜਾ ਹੈਗਾ ਮਨ ਫਿਰਾਂ ਹੋਣਾ ਚਾਹੀਦਾ। The presence of God needs clearance and removal of unholiness in front of him. ਸਭ ਤੋਂ ਪਹਿਲਾਂ ਜ਼ਰੂਰਤ ਹੈਗੀ ਹੈ ਕਿ ਜਿਹੜੇ ਸਾਡੇ ਗਲਤ ਵਿਚਾਰ ਹੈਗੇ, ਗਲਤ ਚੀਜ਼ਾਂ ਹੈਗੀਆਂ, ਸਾਡੀ ਅਨਹੋਲੀ ਚੀਜ਼ਾਂ ਹੈਗੀਆਂ, ਉਹਨਾਂ ਨੂੰ ਹਟਾਉਣਾ ਜ਼ਰੂਰੀ ਹੈਗਾ ਤਾਂ ਕਿ ਉਹਨਾਂ ਦੀ ਮੌਜੂਦਗੀ ਆਵੇ। On repentance, refreshing will flow. ਔਰ ਪਛਤਾਤਾਪ ਦੇ ਨਾਲ ਜਿਹੜਾ ਹੈਗਾ ਇਹ ਸਾਰੀ ਚੀਜ਼ਾਂ ਸ਼ੁਰੂ ਹੁੰਦੀਆਂ ਹੈਗੀਆਂ। Concluding, I want to say this. ਅੰਤ 'ਚ ਇਹ ਕਹਿਣਾ ਚਾਹੁੰਦਾ, We saw the difference between omnipresence and the presence of God. ਅਸੀਂ ਦੇਖਿਆ ਕਿ ਅੰਤਰ ਕੀ ਹੈਗਾ ਕਿ ਪਰਮੇਸ਼ਵਰ ਹਰ ਜਗ੍ਹਾ ਹੈਗੇ ਨੇ ਔਰ ਉਹਨਾਂ ਦੀ ਮੌਜੂਦਗੀ ਦੇ ਅੰਦਰ The actuality of God's presence. ਕਿ ਸੱਚਾਈ ਕੀ ਹੈਗੀ ਹੈ ਪਰਮੇਸ਼ਵਰ ਦੀ ਮੌਜੂਦਗੀ ਦੀ, The reality of his presence. ਔਰ ਰਿਐਲਿਟੀ ਕੀ ਹੈਗੀ ਹੈ ਉਹਨਾਂ ਦੀ ਮੌਜੂਦਗੀ ਦੀ। Not enjoying this interaction with God is a great loss for the Christian. ਇਹ ਉਹਨਾਂ ਨਾਲ ਜਿਹੜਾ ਹੈਗਾ ਗੱਲਬਾਤ ਨਾ ਕਰਨਾ ਜਿਹੜਾ ਹੈਗਾ ਬਹੁਤ ਗਲਤ ਚੀਜ਼ ਹੈਗੀ ਹੈ ਇਨਸਾਨ ਵਾਸਤੇ। Interacting with God brings great blessing to the Christian. ਪਰਮੇਸ਼ਵਰ ਦੇ ਨਾਲ ਗੱਲਬਾਤ ਕਰਨ ਨਾਲ ਜਿਹੜਾ ਹੈਗਾ ਬੜੀਆਂ ਆਸ਼ੀਸ਼ਾਂ ਆਉਂਦੀਆਂ ਹੈਗੀਆਂ ਇਨਸਾਨ ਤੇ। When we interact with God, the results are out of this world. ਜਦੋਂ ਅਸੀਂ ਉਹਨਾਂ ਨਾਲ ਜਿਹੜਾ ਇੰਟਰੈਕਟ ਕਰਨੇ ਹੈਗੇ ਆ ਤੇ ਉਹਦਾ ਅੰਜਾਮ ਜਿਹੜਾ ਹੈਗਾ ਬਿਲਕੁਲ ਦੁਨੀਆ ਤੋਂ ਵੱਖਰਾ ਹੀ ਹੁੰਦਾ ਹੈ। The results are summarized in the life of Moses. ਮੂਸਾ ਦੇ ਜੀਵਨ ਦੇ ਅੰਦਰ ਜਿਹੜਾ ਹੈਗਾ ਜੋ ਅੰਜਾਮ ਹੋਏ ਉਸ ਤਰ੍ਹਾਂ ਦੇ। The man for whom God demonstrated a lot because he had this interaction with God. ਉਹ ਇਨਸਾਨ ਮੂਸਾ ਜਿਹੜਾ ਹੈਗਾ ਜਿਹਦੇ ਵਾਸਤੇ ਪਰਮੇਸ਼ਵਰ ਨੇ ਬੜੀਆਂ ਚੀਜ਼ਾਂ ਕੀਤੀ ਕਿਉਂਕਿ ਉਹ ਪਰਮੇਸ਼ਵਰ ਦੇ ਨਾਲ ਇੰਟਰੈਕਟ ਕਰਦਾ ਸੀ। Numbers 12:6-8. ਗਿਣਤੀ 12:6-8। Somebody spoke against Moses and then God defended Moses. ਕਿਸੇ ਨੇ ਜਿਹੜਾ ਹੈਗਾ ਵਿਰੁੱਧ ਮੂਸਾ ਦੇ ਵਿਰੁੱਧ ਗੱਲ ਕੀਤੀ ਤੇ ਪਰਮੇਸ਼ਵਰ ਨੇ ਜਿਹੜਾ ਹੈਗਾ ਉਹਦੀ ਜਿਹੜੀ ਅਗਵਾਈ ਕੀਤੀ। And he said, "Hear now my words. If there be a prophet among you, I the Lord will make myself known unto him in a vision and will speak to him in a dream." We make such a big deal about visions and dreams. There is something else more than that. My servant Moses is not so, who is faithful in all my house. With him will I speak mouth to mouth, even apparently not in dark speeches. And the similitude of the Lord shall he behold. Wherefore then were ye not afraid to speak against my servant Moses. तब यहोवा ने कहा, मेरी बातें सुनो, यदि तुम में से कोई नबी हो तो उस पर मैं यहोवा दर्शन के द्वारा अपने आप को प्रकट करूँगा, वह स्वप्न में उससे बातें करूँगा। परंतु मेरा दास मूसा ऐसा नहीं है, वह मेरे सब घराने में विश्वास योग्य है। उससे मैं गुप्त रीति से नहीं परंतु आमने सामने और प्रत्यक्ष होकर बातें करता हूँ, और वह यहोवा का स्वरूप निहारने पाता है। सो तुम मेरे दास मूसा की निंदा करते हुए क्यों नहीं डरे? You see, the qualification of this was in verse 3 of the same chapter. It said, Moses was the most humble person on this earth. ਉਸੇ ਅਧਿਆਇ ਦੇ ਅੰਦਰ ਤੀਜੇ ਵਰਸ ਦੇ ਅੰਦਰ ਕੀ ਕਿਹਾ ਗਿਆ ਹੈ ਕਿ ਮੂਸਾ ਜਿਹੜਾ ਹੈਗਾ ਸਭ ਤੋਂ ਨਿਰਮਲ ਇਨਸਾਨ ਹੈਗਾ ਸੀ ਪੂਰੇ ਧਰਤੀ ਦੇ ਉੱਤੇ। ਇਹ ਕੁੰਜੀ ਹੈਗੀ ਹੈ ਇਹ ਵਰਸਸ ਦੀ ਕਿ ਬਈ ਪ੍ਰਭੂ ਜਿਹੜਾ ਉਹਨਾਂ ਦਾ ਉਹਦੇ ਬਾਰੇ ਗੱਲ ਕਰਦੇ ਪਏ ਹੈਗੇ। There is no rule that only Moses should have gotten this. ਇਹ ਕੋਈ ਰੂਲ ਨਹੀਂ ਹੈਗਾ ਕਿ ਸਿਰਫ ਮੂਸਾ ਨੂੰ ਇਹ ਚੀਜ਼ ਜਿਹੜੀ ਹੈਗੀ ਪ੍ਰਾਪਤ ਹੋਵੇ। You and me can get it. ਤੁਸੀਂ ਔਰ ਮੈਂ ਵੀ ਜਿਹੜਾ ਪ੍ਰਾਪਤ ਕਰ ਸਕਨੇ ਆ। We have to be in the same interaction with God. ਸਾਨੂੰ ਜਿਹੜਾ ਹੈਗਾ ਉਸੇ ਤਰ੍ਹਾਂ ਇੰਟਰੈਕਸ਼ਨ ਕਰਨਾ ਹੈਗਾ ਪਰਮੇਸ਼ਵਰ ਦੇ ਨਾਲ। Or fellowship with God. ਜਾਂ ਫਿਰ ਸਹਿਭਾਗਿਤਾ। Because fellowship is such a religious term, it has become these days is lost its meaning. ਇਹ ਸਹਿਭਾਗਿਤਾ ਜਿਹੜੀ ਹੈਗੀ ਹੈ ਬੜੀ ਇਸ ਤਰ੍ਹਾਂ ਦੀ ਉਹਦਾ ਜਿਹੜਾ ਅਰਥ ਹੈਗਾ ਬਿਲਕੁਲ ਗਵਾਚ ਗਿਆ ਹੈਗਾ। We have to interact with God. ਸਾਨੂੰ ਜਿਹੜਾ ਇੰਟਰੈਕਟ ਕਰਨਾ ਜ਼ਰੂਰੀ ਹੈ ਪਰਮੇਸ਼ਵਰ ਦੇ He ਨਾਲ। will tell you this sin is should not be there in your life. You say, yes Lord, and ask him to grace to get rid of it. That is the interaction we should have with God. ਇੰਟਰੈਕਸ਼ਨ ਕੀ ਹੈਗਾ ਕਿ ਜਦੋਂ ਕੋਈ ਪਾਪ ਅਸੀਂ ਕਰੀਏ ਤੇ ਪਰਮੇਸ਼ਵਰ ਨੂੰ ਗਿੜਗਿੜਾ ਕੇ ਕਹੀਏ ਕਿ ਸਾਡੇ ਅੰਦਰੋਂ ਇਹ ਬਾਹਰ ਕੱਢ ਦਿਓ, ਇਹ ਚੀਜ਼ ਨੂੰ ਜਿਹੜਾ ਇੰਟਰੈਕਸ਼ਨ ਕਿਹਾ ਗਿਆ ਹੈਗਾ। He will be with the humble. ਉਹ ਜਿਹੜੇ ਦੀਨ ਹੋਣਗੇ ਉਹਨਾਂ ਦੇ ਨਾਲ ਪਰਮੇਸ਼ਵਰ ਰਹਿਣਗੇ। So he gave him three things. ਤਿੰਨ ਚੀਜ਼ਾਂ ਦਿੱਤੀਆਂ ਉਹਨਾਂ He speaks to me face to face. ਕਿ ਮੇਰੇ ਨਾਲ ਆਮਨੇ ਸਾਹਮਣੇ ਗੱਲ ਕਰਦੇ। That means like an equal. ਜਿਸ ਤਰ੍ਹਾਂ ਬਰਾਬਰ ਲੋਕ ਹੁੰਦੇ। No dark speeches. No dark speeches. ਕੋਈ ਅੰਧਕਾਰ ਵਾਲੀ ਗੱਲਾਂ ਨਹੀਂ ਹੈਗੀਆਂ। That means
The Word of God is revealed in a beautiful way every time you read it. ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਪ੍ਰਕਾਸ਼ਿਤ ਹੁੰਦਾ ਹੈਗਾ ਬਹੁਤ ਅੱਛੀ ਤਰ੍ਹਾਂ ਜਿਹੜਾ ਹੈਗਾ ਹਰ ਵਾਰ ਜਦੋਂ ਤੁਸੀਂ ਪੜੋ। And he sees the similitude of God. ਔਰ ਪਰਮੇਸ਼ਵਰ ਦਾ ਆਕਾਰ ਵਾਕਨ ਜਿਹੜਾ ਹੈਗਾ ਚੀਜ਼ ਦੇਖਦਾ ਹੈਗਾ ਉਹ। Just praying, Lord, I want to see your face, and sing about I want to see your face will not bring results. ਸਿਰਫ ਇਹ ਚੀਜ਼ ਗਾਣਾ ਕਿ ਪਰਮੇਸ਼ਵਰ ਨੇ ਤੁਹਾਡਾ ਚਿਹਰਾ ਦੇਖਣਾ ਚਾਹੁੰਦਾ ਹੈਗਾ, ਇਹ ਚੀਜ਼ ਨਹੀਂ ਹੋਏਗੀ ਉਹਦੇ ਨਾਲ। You have to start the fellowship, the interaction with God. ਪਰਮੇਸ਼ਵਰ ਦੇ ਨਾਲ ਸਹਿਭਾਗਿਤਾ ਜਿਹੜੀ ਕਰਨੀ ਜ਼ਰੂਰੀ ਹੈਗੀ ਹੈ। There is no ambiguity when that happens. ਔਰ ਇਹਦੇ ਅੰਦਰ ਕੋਈ ਦੋ ਰਾਹ ਨਹੀਂ ਹੈਗੀ ਜਦੋਂ ਉਹ ਚੀਜ਼ ਹੋਏਗੀ। The channel will be clear. ਉਹ ਬਿਲਕੁਲ ਸਪਸ਼ਟ ਰੂਪ ਨਾਲ ਹੋਏਗੀ। God will show himself strong on our behalf. ਪਰਮੇਸ਼ਵਰ ਆਪਣੇ ਆਪ ਨੂੰ ਜਿਹੜਾ ਹੈਗਾ ਸ਼ਕਤੀਸ਼ਾਲੀ ਦਿਖਾਣਗੇ ਸਾਡੇ ਉੱਤੇ। They said when they prayed, the place was shaken. ਉਹ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਉਹ ਥਾਂ ਜਿਹੜੀ ਹੈ ਥਰਥਰਾ ਉੱਠੀ। In Acts 4, ਪ੍ਰੇਰਿਤਾਂ ਦੇ ਕੰਮ 4 that means God passed by there. ਇਹਦਾ ਅਰਥ ਹੈਗਾ ਕਿ ਪਰਮੇਸ਼ਵਰ ਜਿਹੜਾ ਹੈਗਾ ਉੱਥੋਂ ਨਿਕਲੇ। You have to follow the consistency of Scripture. ਤੇ ਪਰਮੇਸ਼ਵਰ ਦੇ ਵਚਨ ਦੇ ਅੰਦਰ ਦੇਖਣਾ ਹੈ ਕਿ ਹਰ ਚੀਜ਼ ਜਿਹੜੀ ਹੈ ਮੇਲ ਖਾਣੀ ਚਾਹੀਦੀ ਹੈ। You see, there was a man of God in India when he died. There was a little bit of an earthquake. ਇੱਕ ਪਰਮੇਸ਼ਵਰ ਦਾ ਜਨ ਹੈਗਾ ਸੀ ਇੰਡੀਆ ਦੇ ਅੰਦਰ ਜਿਹੜਾ ਹੈਗਾ ਜਦੋਂ ਮਰਿਆ ਤੇ ਉੱਥੇ ਭੂਕੰਪ ਜਿਹਾ ਆਇਆ। Bhakt Singh. ਭਗਤ ਸਿੰਘ। I realized then that God must have passed by there. ਮੈਨੂੰ ਇਹ ਲੱਗਿਆ ਕਿ ਪਰਮੇਸ਼ਵਰ ਜਿਹੜਾ ਉੱਥੋਂ ਨਿਕਲੇ ਹੋਣਗੇ। You see, it never changes with God. ਪਰਮੇਸ਼ਵਰ ਦੇ ਨਾਲ ਇਹ ਚੀਜ਼ ਕਦੀ ਨਹੀਂ ਬਦਲਦੀ। He is the same yesterday, today and forever. ਉਹ ਕੱਲ ਅੱਜ ਔਰ ਕੱਲ ਇੱਕੋ ਵਰਗੇ ਹੈਗੇ। Are you going to be the man, the woman who will bring the presence of God to this display, to this world? ਕਿ ਤੁਸੀਂ ਉਹ ਆਦਮੀ ਜਾਂ ਔਰਤ ਹੋਵੋਗੇ ਜਿਹੜਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਜਿਹੜਾ ਹੈਗਾ ਪ੍ਰਕਾਸ਼ਿਤ ਕਰਨਗੇ ਇਸ ਦੁਨੀਆ ਨੂੰ। Moses' life showed God can use anybody. ਮੂਸਾ ਦਾ ਜੀਵਨ ਦਿਖਾਉਂਦਾ ਹੈਗਾ ਕਿ ਪਰਮੇਸ਼ਵਰ ਕਿਸੇ ਨੂੰ ਵੀ ਇਸਤੇਮਾਲ ਕਰ ਸਕਦਾ ਹੈ। Moses was 80 when he started using him. ਮੂਸਾ 80 ਸਾਲ ਦਾ ਹੈਗਾ ਸੀ ਜਦੋਂ ਪਰਮੇਸ਼ਵਰ ਨੇ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ। I'm sure none of you are close to 80. ਸਾਡਿਆਂ 'ਚੋਂ ਕੋਈ ਵੀ 80 ਦੇ ਨਿਕਟ ਨਹੀਂ ਹੈਗਾ। There is still hope for us. ਸਾਡੇ ਵਾਸਤੇ ਹੁਣੇ ਵੀ ਆਸ਼ਾ ਹੈ। Amen? Hello? I don't hear a loud amen. Because you don't want to pay the price, you see. ਮੈਨੂੰ ਆਮੇਨ ਤਾਂ ਨਹੀਂ ਸੁਣਾਈ ਦਿੰਦਾ ਕਿਉਂਕਿ ਤੁਸੀਂ ਮੁੱਲ ਨਹੀਂ ਚੁਕਾਉਣਾ ਚਾਹੁੰਦੇ। Who wants to be in the limelight all the time? ਕਿਹੜਾ ਹੈਗਾ ਜਿਹੜਾ ਸਾਰਿਆਂ ਲੋਕਾਂ ਦੇ ਸਾਹਮਣੇ ਮਸ਼ਹੂਰ ਤਾਂ ਦਿਖਦਾ ਰਵੇ। You see, I see these actors, they do strange things. You know why they do? I have compassion on them. Because their life is all the time under a microscope. ਇਹ ਐਕਟਰ ਲੋਕ ਜਿਹੜੇ ਹੈਗੇ ਬੜੀਆਂ ਅਲੱਗ-ਅਲੱਗ ਅਜੀਬ ਜੀਆਂ ਚੀਜ਼ਾਂ ਕਰਦੇ ਹੈਗੇ ਔਰ ਮੈਨੂੰ ਜਿਹੜੇ ਦਇਆ ਆਉਂਦੀ ਉਹਨਾਂ ਦੇ ਉੱਤੇ ਕਿਉਂਕਿ ਉਹਨਾਂ ਦਾ ਸਾਰਾ ਜੀਵਨ ਜਿਹੜਾ ਲੋਕਾਂ ਦੇ ਸਾਹਮਣੇ ਹੀ ਹੈ। But with us is different. ਸਾਡੇ ਨਾਲ ਵੱਖਰਾ ਹੈ। Their life is for publicity. ਉਹਨਾਂ ਦਾ ਜੀਵਨ ਹੈਗਾ ਮਸ਼ਹੂਰ ਹੋਣ ਵਾਸਤੇ। Our life is to bring the presence of God. ਸਾਡਾ ਜੀਵਨ ਹੈਗਾ ਕਿ ਪਰਮੇਸ਼ਵਰ ਦੀ ਮੌਜੂਦਗੀ ਲਿਆਈਏ। That's the least you can do, pay the price. ਇਹ ਸਭ ਤੋਂ ਛੋਟੀ ਚੀਜ਼ ਹੈਗੀ ਕਿ ਉਹਦਾ ਅਸੀਂ ਮੁੱਲ ਚੁਕਾ ਸਕੀਏ। Try it today. ਕੋਸ਼ਿਸ਼ ਕਰੋ। Start today. ਅੱਜ ਤੋਂ ਸ਼ੁਰੂ ਕਰੋ। Don't wait. ਇੰਤਜ਼ਾਰ ਨਾ ਕਰੋ। The world is looking for this trembling, this rocks being broken, the presence of God coming in our presence. The world is waiting for it. ਦੁਨੀਆ ਜਿਹੜੀ ਹੈਗੀ ਹੈ ਉਹ ਲੱਭਦੀ ਪਈ ਹੈਗੀ ਹੈ ਕਿ ਮਸੀਹੀ ਲੋਕ ਜਿੱਥੇ ਜਾਣ ਉੱਥੇ ਜਿਹੜਾ ਹੈਗਾ ਥਰਥਰਾ ਉੱਠਣ ਸਾਰੀਆਂ ਚੀਜ਼ਾਂ। In your own house, people are waiting to see the demonstration of God. ਤੁਹਾਡੇ ਆਪਣੇ ਘਰ ਦੇ ਅੰਦਰ ਜਿਹੜਾ ਹੈਗਾ ਦੇਖਣ ਨੂੰ ਪਰਮੇਸ਼ਵਰ ਦੀ ਮੌਜੂਦਗੀ ਨੂੰ ਲੋਕੀ। In the place you are working, the people are waiting to see God's demonstration. ਜਿੱਥੇ ਤੁਸੀਂ ਕੰਮ ਕਰਦੇ ਹੈਗੇ ਉੱਥੇ ਲੋਕੀ ਇੰਤਜ਼ਾਰ ਕਰਦੇ ਪਏ ਹੈਗੇ ਕਿ ਦਿਖਾਣ ਕੇ ਪ੍ਰਭੂ ਨੂੰ ਦਿਖਾਈਏ। God sends people. ਲੋਕਾਂ ਨੂੰ ਭੇਜਦੇ ਪਰਮੇਸ਼ਵਰ। The other day, a man came to me. ਇੱਕ ਆਦਮੀ ਮੇਰੇ ਕੋਲ ਆਇਆ ਉਸ ਦਿਨ। He said he has 3 years to live. His lung cancer, something he has for sickness. ਉਹਨੂੰ ਜਿਹੜਾ ਹੈ ਕੁਝ ਲੰਗ ਕੈਂਸਰ ਹੈ ਜੀ ਕੋਈ ਬਿਮਾਰੀ ਹੈਗੀ ਸੀ 3 ਸਾਲ ਹੈਗੇ ਉਹਨੇ ਜੀਵਨ ਦੇ। So I told him I want to pray with you. ਮੈਂ ਉਹਨੂੰ ਕਿਹਾ ਕਿ ਮੈਂ ਪ੍ਰਾਰਥਨਾ ਕਰਨਾ ਚਾਹੁੰਦਾ। He said okay. ਉਹਨੇ ਕਿਹਾ ਠੀਕ ਹੈ। We stood near the water filter and prayed. ਅਸੀਂ ਵਾਟਰ ਫਿਲਟਰ ਦੇ ਨੇੜੇ ਖੜੇ ਹੋ ਕੇ ਪ੍ਰਾਰਥਨਾ ਕੀਤੀ। I prayed loudly. ਮੈਂ ਉੱਚਾ ਪ੍ਰਾਰਥਨਾ ਕੀਤੀ। I didn't pray hiding. ਮੈਂ ਛੁਪਾਉਂਦੇ ਹੋਏ ਨਹੀਂ ਕੀਤਾ। The world needs a demonstration of God. ਪਰਮੇਸ਼ਵਰ ਨੂੰ ਜਿਹੜਾ ਹੈਗਾ ਦਿਖਾਣਾ ਹੈਗਾ ਪਰਮੇਸ਼ਵਰ ਲੋਕਾਂ ਨੂੰ ਦਿਖਾਣਾ ਪਰਮੇਸ਼ਵਰ ਨੂੰ। When you stand for God, God will stand for you. ਜਦੋਂ ਤੁਸੀਂ ਜਿਹੜਾ ਹੈਗਾ ਪਰਮੇਸ਼ਵਰ ਵਾਸਤੇ ਖੜੇ ਹੋਗੇ ਤਾਂ ਪਰਮੇਸ਼ਵਰ ਤੁਹਾਡੇ ਵਾਸਤੇ ਖੜੇ ਹੋਣਗੇ। Interact with God. ਪਰਮੇਸ਼ਵਰ ਨਾਲ ਸਹਿਭਾਗੀਤਾ ਰੱਖੋ। Learn to live with God. ਪਰਮੇਸ਼ਵਰ ਦੇ ਨਾਲ ਜੀਵਨ ਬਤੀਤ ਕਰਨ ਦਾ ਇੱਛਾ ਰੱਖੋ। Speak to him. ਉਹਨਾਂ ਨਾਲ ਗੱਲ ਕਰੋ। You can't see him. Yes, it's true. ਇਹ ਸੱਚ ਹੈਗਾ ਕਿ ਤੁਸੀਂ ਦੇਖ ਨਹੀਂ ਸਕਦੇ। But unless you act on faith, nothing is going to happen. ਜੇ ਤੁਸੀਂ ਵਿਸ਼ਵਾਸ ਦੇ ਉੱਤੇ ਨਹੀਂ ਚਲੋਗੇ ਤਾਂ ਕੁਝ ਵੀ ਨਹੀਂ ਹੋਏਗਾ। At least you are not ignoring him in the day. ਘੱਟ ਤੋਂ ਘੱਟ ਜਿਹੜਾ ਹੈਗਾ ਦਿਨ ਦੇ ਅੰਦਰ ਜਿਹੜਾ ਹੈ ਤੁਸੀਂ ਉਹਨੂੰ ਨਕਾਰੋਗੇ ਨਹੀਂ। You agree with me? Amen?
Are you going to do it? How many of you want to do it? Stand up. I want to pray for you. Don't stand up because somebody else is standing up. Please. Okay. Lord Jesus, we thank you and praise you. We thank you, Lord, for this powerful word of the presence of God. I pray that everyone here will be a person, a demonstrator of God's presence. I pray that you bless them, give them the desire, Lord, like it is said in Deuteronomy 4, that we let them seek you with a heart, Lord, with the soul, Lord, and with their mind, Lord, with everything, Lord, that, Father, they will be people who will walk with God. I bless them, Lord, in the name of our Lord Jesus. I pray that they will be granted this, Lord, in the name of our Lord Jesus. Every one of us here will be the powerhouses for God. As you spoke with Moses, help us, Lord, to become like that. Help us, Lord, to remove any obstacle in our lives which is stopping you from doing that we may be wholly dedicated to the Lord. I bless them, Lord, in the name of our Lord Jesus. I thank you, Lord. I give you glory. In the name of our Lord Jesus we pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.